ਇਲਜ਼ਾਮ ਜ਼ਿਆਦਾਤਰ ਤੁਹਾਡੀ ਪਾਰਟੀ ਦੇ ਉੱਪਰ, ਤੁਹਾਡੇ ਸਾਰਿਆਂ ਦੇ ਉੱਪਰ ਹੈ ਕਿ ਤੁਸੀਂ ਜਿਹੜੀ ਸਿਕਿਉਰਿਟੀ ਸਿੱਧੂ ਦੀ ਵਿਡਰਾਅ ਕੀਤੀ ਹੈ ਨਾ, ਸਾਰਾ ਪੰਗਾ ਉਸ ਕਰਕੇ ਪਿਆ ਜਿਹੜੇ ਮੁੰਡੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਉਹਦੀ ਅੱਜ 6 ਕਰਕੇ ਚੱਕੀ ਸੀ। ਪਰ ਇਹ ਵੀ ਜਿਹੜੀ ਪਬਲਿਸ਼ ਹੋਈ ਆ, ਮੈਂ ਕਹਿੰਦਾ ਵੀ ਜਿਹਨੇ ਵੀ ਪਬਲਿਸ਼ ਕਰੀ ਹੈ, ਜਿਸ ਲੈਵਲ ਤੇ ਵੀ ਇਹ ਪਬਲਿਸ਼ ਹੋਈ ਆ, ਉਹਦੀ ਇਨਕੁਆਇਰੀ ਹੋ ਕੇ ਸੰਬੰਧਿਤ ਜਿਹੜਾ ਵੀ ਹੈਗਾ ਕੋਈ ਆਫਿਸਰ ਆ ਜਿੱਥੋਂ ਹੋਈ ਆ ਲੀਕ, ਉਹਨੂੰ ਵੀ ਸਜ਼ਾ ਦੇਣੀ ਚਾਹੀਦੀ ਆ। ਉਸ ਨੂੰ ਗੈਂਗਸਟਰਸ ਤੋਂ ਜਿਹੜਾ ਹੈਗਾ ਖਤਰਾ, ਉਸ ਨੂੰ ਬਾਰ-ਬਾਰ ਧਮਕੀਆਂ ਆ ਰਹੀਆਂ, ਆਪਾਂ ਸਿੱਧਾ ਇੱਕ ਫਰਮਾਨ ਜਾਰੀ ਕਰਕੇ ਉਸਦੇ ਬੰਦੇ ਵਾਪਸ ਬੁਲਾ ਲਏ। ਇਹ ਮੈਂ ਇਕੱਲੀ ਇਸ ਸਰਕਾਰ ਤੇ ਨਹੀਂ ਕਹਿੰਦਾ, ਜਿਹੜੇ ਅੱਜ ਸਾਡੇ ਤੇ ਉਂਗਲਾਂ ਚੱਕਦੇ ਰਹੇ ਆ, ਹੁੰਦਾ ਇਹਨਾਂ ਵੇਲੇ ਵੀ ਇਸੇ ਤਰ੍ਹਾਂ ਰਿਹਾ ਕਿ ਜਿਹਦੇ ਕੋਲ ਸਿਕਿਉਰਿਟੀ ਹੈ ਇਸ ਪਰਪਸ ਲਈ ਅੱਧੇ ਲੈ ਲਓ। ਕਿ ਜਦੋਂ ਸਿੱਧੂ ਨੇ ਚੋਣ ਲੜਨੀ ਸੀਗੀ, ਜਿਹੜੇ ਅੱਜ ਮੈਮੋਰੈਂਡਮ ਦਿੰਦੇ ਫਿਰਦੇ ਆ ਵਾਲੀਆ ਸਾਹਿਬ, ਉਹ ਪਾਰਟੀਆਂ ਤਾਂ ਇਹਨੂੰ ਆਪ ਗੈਂਗਸਟਰ ਕਹਿੰਦੀਆਂ ਸੀ। ਉਹਨਾਂ ਦੇ ਪ੍ਰਧਾਨ ਦੀ ਸਟੇਟਮੈਂਟ ਦੇਖ ਲਓ। ਜਿਹੜੇ ਬੀਜੇਪੀ ਵਾਲੇ ਅੱਜ ਮੈਮੋਰੈਂਡਮ ਦੇ ਕੇ ਆਏ ਆਗੇ ਕਿ ਬਹੁਤ ਮਾੜਾ ਹੋਇਆ, ਜਦੋਂ ਸਿੱਧੂ ਜਿਉਂਦਾ ਸੀਗਾ ਤੇ ਸਿੱਧੂ ਨੂੰ ਤਾਂ ਖਾਲਤਾਨੀ ਦੱਸਦੇ ਸੀ। ਜਿਹੜੇ ਕੇਸ ਰਜਿਸਟਰਡ ਹੋਏ ਸੀ ਸਿੱਧੂ ਦੇ ਉੱਤੇ, ਜਦੋਂ ਸਿੱਧੂ ਨੂੰ ਪ੍ਰੈਸ਼ਰ ਪਾ ਕੇ ਮੈਂ ਕਹਿੰਦਾ ਕਿ ਜੇ ਇਲੈਕਸ਼ਨ ਵਾਲੇ ਪਾਸੇ ਲਿਆਂਦਾ ਗਿਆ, ਸਿੱਧੂ ਤਾਂ ਇੱਕ ਐਮਐਲਏ ਤੋਂ ਕਿਤੇ ਵੱਡਾ ਸੀਗਾ, ਉਹਦੇ ਕੋਲ ਤਾਂ ਸੀਐਮ ਮਿਲਣ ਆਉਂਦੇ ਸੀ, ਹੁਣ ਤਾਂ ਆਲ ਵਰਲਡ ਜਾਣਦਾ ਸੀਗਾ। ਪਰ ਕਿੰਨਾ ਹਾਲਾਤਾਂ ਨਾਲ ਮਜਬੂਰ ਕਰਕੇ ਉਹਨੂੰ ਪੋਲੀਟਿਕਸ 'ਚ ਲਿਆਂਦਾ ਗਿਆ। ਪਹਿਲਾਂ ਕੇਸ ਰਜਿਸਟਰਡ ਕਰੇ ਗਏ, ਫਿਰ ਉਹਨੂੰ ਕਿਹਾ ਵੀ ਤੇਰੇ ਕੇਸ ਵਿਡਰਾ ਕਰ ਲਾਂਗੇ, ਤੂੰ ਸਾਡੇ ਲਈ ਪ੍ਰਚਾਰ ਕਰ। ਜਿਹੜੇ ਅੱਜ ਆਏ ਆ, ਮੈਂ ਦੱਸਣਾ ਚਾਹਣਾ ਕਿ ਸਿੱਧੂ ਤੇ ਕੇਸ ਰਜਿਸਟਰਡ ਕਿਹਦੇ ਟਾਈਮ ਹੋਏ? ਤੁਹਾਡੀਆਂ ਸਰਕਾਰਾਂ ਵੇਲੇ ਹੋਏ। ਸਾਡੇ ਕੋਲੇ ਅੱਜ 4 ਪੈਸੇ ਆ ਗਏ, ਸਾਡੇ ਪੁੱਤ ਨੇ ਕਮਾਏ ਆ। ਕੀ ਉਹ ਅਸੀਂ ਲੋਕਾਂ ਨੂੰ ਲੁਟਾਉਣ ਵਾਸਤੇ ਕਮਾਏ ਆ? ਉਹ ਪੋਲੀਟੀਕਲ ਲੋਕਾਂ ਨੂੰ ਕਮਾਉਣ ਵਾਸਤੇ ਦਿੱਤੇ ਆ? ਕੀ ਉਹ ਪੁਲਿਸ ਨੂੰ ਦੇਣ ਵਾਸਤੇ ਦਿੱਤੇ ਆ? ਜਿਹੜਾ ਟੌਰਚਰ ਉਹਨੇ ਝੱਲਿਆਗਾ, ਜਿਹੜਾ ਟੌਰਚਰ ਉਹਨੂੰ ਕੀਤਾ ਜਾਂਦਾ ਸੀ, ਉਹਦੇ ਮਾਂ ਜਾਣਦੀ ਆ, ਬਾਪ ਜਾਣਦਾ, ਜਾਂ ਉਹਦੇ ਨੇੜੇ ਦੇ ਦੋਸਤ ਜਾਣਦੇ ਆ ਕਿ ਇੱਕ ਉਹਨੂੰ ਪੋਲੀਟੀਕਲ ਸਟੰਟ ਬਣਾ ਕੇ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਮੈਂ ਅੱਜ ਵੀ ਕਹਿੰਦਾ ਕਿ ਜੇ ਸਿੱਧੂ ਜਿਉਂਦਾ ਹੁੰਦਾ, ਸਿੱਧੂ ਕਾਂਗਰਸ ਦੇ ਵਿੱਚ ਨਹੀਂ ਰਹਿੰਦਾ ਸੀਗਾ। ਜਿੰਨਾ ਸਿੱਧੂ ਦਾ ਫਰੈਂਡ ਸਰਕਲ ਆਗਾ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਹਦੇ ਖਾਸ ਫਰੈਂਡ ਆ, ਉਹਨਾਂ ਨੂੰ ਤੁਸੀਂ ਕੱਲੇ ਨੂੰ ਪੁੱਛ ਲਓ ਵੀ ਸਿੱਧੂ ਦੇ ਹਾਲਾਤ ਕੀ ਸੀ ਤੇ ਸਿੱਧੂ ਨੂੰ ਕਿਹਨਾਂ ਨੇ ਟੌਰਚਰ ਕੀਤਾ, ਸਿੱਧੂ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਿਆ, ਕਿਹੜੇ ਹਾਲਾਤਾਂ 'ਚ ਉਹਨੂੰ ਪੋਲੀਟਿਕਸ ਜੁਆਇਨ ਕਰਨੀ ਪਈ, ਉਹ ਬੜਾ ਬਾਖੂਬੀ ਬਿਆਨ ਕਰ ਦੇਣਗੇ। ਮਤਲਬ ਕਿ ਅਜਿਹੇ ਵੈਪਨਸ ਦਾ ਇਸਤੇਮਾਲ ਹੋ ਜਾਣਾ, ਮਤਲਬ ਕਿ ਕਈ ਸਾਰੇ ਸਵਾਲ ਖੜੇ ਹੁੰਦੇ ਕਿ ਤੁਸੀਂ ਦੱਸਿਆ ਕਿ ਅਜਿਹੇ ਵੈਪਨਸ ਉਹਨਾਂ ਨੇ ਕਦੀ ਦੇਖੇ ਵੀ ਨਹੀਂ ਹੋਣੇ, ਜਿਸ ਤਰ੍ਹਾਂ ਦੀ ਫਾਇਰਿੰਗ ਹੋ ਗਈ। ਸੰਗਠਨ ਹੋ ਕੇ ਕੰਮ ਕਰਨਾ ਪਊਗਾ। ਇਹ ਨੈਕਸਸ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ ਚੱਲਿਆ, ਤਿਹਾੜ ਜੇਲ੍ਹ ਦੇ ਵਿੱਚੋਂ ਤੁਹਾਡੇ ਕੋਲੇ ਸਾਰਾ ਕੁਝ, ਸਭ ਕੁਝ ਤੁਹਾਡੇ ਸਾਹਮਣੇ ਕੁਝ ਆ ਗਿਆ ਤੇ ਬੜਾ ਸਾਹਮਣੇ ਆ ਜਾਊਗਾ। ਸਿੱਧੂ ਦੇ ਪਿਤਾ ਜੀ ਇਹ ਵੀ ਕਹਿੰਦੇ ਸੀਗੇ ਕਿ ਸਾਡਾ ਆਮ ਘਰਾਂ ਦਾ ਪੁੱਤ ਅੱਜ ਫੇਮਸ ਹੋ ਗਿਆ, ਸਾਡੇ ਲਈ ਇਹੀ ਗੁਨਾਹ ਹੋ ਗਿਆ। ਅੱਜ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲਾ ਦੁਨੀਆ ਦੇ ਵਿੱਚ ਨਹੀਂ ਰਿਹਾ, ਪਰ ਇੱਕ ਦਰਦਨਾਕ ਜੋ ਇਨਸੀਡੈਂਟ ਹੋਇਆ, ਉਸ ਦੀ ਸੱਚਾਈ ਹਰ ਕੋਈ ਜਾਣਨਾ ਚਾਹੁੰਦਾ ਹੈ। ਸੱਚਾਈ ਹੌਲੀ ਹੌਲੀ ਸਾਹਮਣੇ ਆਏਗੀ। ਪੁਲਿਸ ਆਪਣੇ ਵੱਲੋਂ ਤਹਿਕੀਕਾਤ ਕਰ ਰਹੀ ਹੈ, ਇਨਵੈਸਟੀਗੇਸ਼ਨਸ ਹੋ ਰਹੀਆਂ ਨੇ, ਪਰ ਇੱਕ ਸ਼ਖਸ ਅਜਿਹਾ ਹੈ ਜਿਸ ਨੇ ਕਾਫੀ ਹੱਦ ਤੱਕ ਇਸ ਦੇ ਉੱਪਰ ਲਾਈਟ ਪਾਈ ਹੈ, ਯਾਨੀ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਪ੍ਰੀਤ ਸਿੰਘ ਬੰਨਾਵਾਲੀ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਰਦੂਲਗੜ੍ਹ ਤੋਂ, ਉਹਨਾਂ ਦੇ ਨਾਲ ਜੁੜਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕਿਹੜੀਆਂ ਚੀਜ਼ਾਂ ਉਹ ਸਾਹਮਣੇ ਲਿਆ ਸਕਦੇ ਆ ਸਿੱਧੂ ਮੂਸੇਵਾਲੇ ਦੇ ਉਸ ਦਿਨ ਜਿਸ ਦਿਨ ਘਟਨਾਕ੍ਰਮ ਹੋਇਆ, ਉਸ ਦੇ ਨਾਲ ਜੁੜੀਆਂ ਹੋਈਆਂ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ ਕਲੀਅਰ ਕੱਟ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਵਾਲੀਆ ਸਾਹਿਬ। ਗੁਰਪ੍ਰੀਤ ਜੀ, ਤੁਸੀਂ ਅੱਜ ਮਿਲ ਕੇ ਆਏ ਹੋ ਸਿੱਧੂ ਮੂਸੇਵਾਲੇ ਦੇ ਦੋਸਤਾਂ ਨੂੰ। ਸਭ ਤੋਂ ਪਹਿਲਾਂ ਤਾਂ ਕਿਵੇਂ ਉਹਨਾਂ ਦੀ ਤਬੀਅਤ ਕਿਵੇਂ ਹੈਗੀ ਹੈ ਤੇ ਕੀ ਹਾਲ ਚਾਲ ਹੈ ਉਹਨਾਂ ਦਾ? ਪਰਮਾਤਮਾ ਮਿਹਰ ਕਰੇ, ਠੀਕ ਠਾਕ ਨੇ? ਹਾਂਜੀ, ਮੈਂ ਜਿੱਥੇ ਦੋਨਾਂ ਨੂੰ, ਗੁਰਵਿੰਦਰ ਤੇ ਗੁਰਪ੍ਰੀਤ ਨੂੰ ਮਿਲਿਆ, ਉੱਥੇ ਡਾਕਟਰ ਸਾਹਿਬਾਨ ਨੂੰ ਵੀ ਮਿਲਿਆ ਤੇ ਬਿਲਕੁਲ ਹੁਣ ਠੀਕ ਨੇ। ਉਹਨਾਂ ਦੀ ਹਾਲਤ ਹੈ ਜਿਹੜੀ ਖਤਰੇ ਤੋਂ ਬਾਹਰ ਆ, ਪਰ ਉਹਨਾਂ ਦੀ ਇੰਜਰੀ ਬੜੀ ਮਲਟੀਪਲ ਇੰਜਰੀ ਆ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਕਈ ਸਰਜਰੀਆਂ ਹੋਣਗੀਆਂ, ਹਜੇ ਰਿਕਵਰ ਹੋਣ ਨੂੰ ਕਾਫੀ ਟਾਈਮ ਲੱਗੂਗਾ ਦੋਨਾਂ ਨੂੰ। ਓਕੇ। ਤੇ ਜਦੋਂ ਤੁਸੀਂ ਅੱਜ ਮੁਲਾਕਾਤ ਕੀਤੀ ਤੇ ਮੁਲਾਕਾਤ ਕਰਕੇ ਮਤਲਬ ਕਿ ਕੀ ਦੱਸਿਆ ਉਹਨਾਂ ਨੇ, ਕੀ ਹਾਲ ਬਿਆਨ ਕੀਤਾ? ਕਿਉਂਕਿ ਦਰਦਨਾਕ ਇਨਸੀਡੈਂਟ ਸੀਗਾ ਬਹੁਤ, ਤੇ ਕੀ ਕਹਿਣਾ ਸੀਗਾ ਉਹਨਾਂ ਦਾ ਤੇ ਆਖਿਰ ਕੀ ਸਾਰਾ ਪਾਣਾ ਵਾਪਰਿਆ ਕਿਵੇਂ? ਵਾਲੀਆ ਸਾਹਿਬ ਜਿਹੜਾ ਇਹ ਕਹਿੰਦੇ ਆ ਕਿ ਸਾਰਾ ਇਹ ਸਭ ਕੁਝ ਇਹ 10 ਮਿੰਟਾਂ ਦੇ ਵਿੱਚ ਹੋਇਆ। ਜਦੋਂ ਵੀ ਸਿੱਧੂ ਘਰੋਂ ਤੁਰਦੇ ਨੇ ਤਾਂ ਉੱਥੋਂ ਤੁਸੀਂ ਦੇਖੋਗੇ ਕਿ ਜਿੱਥੇ ਇਨਸੀਡੈਂਟ ਹੋਇਆ ਇਹ ਸਾਰਾ 10-12 ਮਿੰਟ ਦੇ ਵਿੱਚ ਹੋ ਗਿਆ। ਜਦੋਂ ਸਿੱਧੂ ਘਰੋਂ ਨਿਕਲਦੇ ਨੇ ਆਪਣੀ ਹਵੇਲੀ ਤੋਂ ਥਾਰ ਗੱਡੀ ਲੈ ਕੇ ਜੀ, ਤਾਂ ਪਹਿਲਾਂ ਉਹਨਾਂ ਨੇ ਸੀਗਾ ਵੀ ਉਹਨਾਂ ਦੇ ਘਰੇ ਇੱਕ ਗੱਡੀ ਹੋਰ ਸੀਗੀ, ਸ਼ਾਇਦ ਲੈਂਡ ਕਰੂਜ਼ਰ ਖੜੀ ਸੀ ਜਾਂ ਪਜੈਰੋ। ਉਹ ਕਹਿੰਦੇ ਅਸੀਂ ਕਿ ਵੀ ਗੱਡੀ, ਉਹ ਕਹਿੰਦੇ ਉਹ ਚੱਕਣ ਲੱਗੇ ਸੀ, ਉਹਦਾ ਇੱਕ ਟਾਇਰ ਪੈਂਚਰ ਸੀਗਾ ਵਾਲੀਆ ਸਾਹਿਬ। ਤਾਂ ਉਹ ਕਹਿੰਦੇ ਵੀ ਸਿੱਧੂ ਸ਼ੌਕੀਨ ਆਗਾ, ਸਿੱਧੂ ਆਪ ਡਰਾਈਵ ਕਰਨ ਦਾ ਸ਼ੌਕੀਨ ਆ। ਦੇਖਿਆ ਹੋਣਾ ਕਿ ਪਿੰਡ ਦੇ ਵਿੱਚ ਟਰੈਕਟਰ ਚਲਾਉਣਾ, ਖੇਤ ਦੇ ਵਿੱਚ ਟਰੈਕਟਰ ਚਲਾਉਣਾ,
ਉਹਨੂੰ ਸ਼ੌਂਕ ਸੀਗਾ ਗੱਡੀਆਂ ਚਲਾਉਣਾ। ਤੇ ਸਿੱਧੂ ਕਹਿੰਦਾ ਨਹੀਂ ਅੱਜ ਚਲੋ ਇਹ ਜੇ ਪੈਂਚਰ ਆ ਤਾਂ ਉਹਨਾਂ ਨੇ ਫਾਰਚੂਨਰ ਜਿਹੜੀ ਹੈਗੀ ਆ ਬੁਲਟ ਪ੍ਰੂਫ ਉਹ ਚੱਕਣ ਦੀ ਬਜਾਏ ਵੀ ਥਾਰ ਤੇ ਚੱਲਦੇ ਆ, ਇੱਥੇ ਹੀ ਤਾਂ ਜਾਣਾ, ਕਿਉਂਕਿ ਉਹਨਾਂ ਨੇ ਬਿਲਕੁਲ ਨੇੜੇ ਹੀ ਜਾਣਾ ਸੀ ਆਪਣੇ ਮਾਸੀ ਦੇ ਘਰ, 10 ਕਿਲੋਮੀਟਰ ਪੈਂਦਾ ਸਾਰਾ ਉੱਥੋਂ ਜੀ। ਤਾਂ ਉਹ ਤਿੰਨੇ ਜਦੋਂ ਬੈਠੇ ਤਾਂ ਤੁਹਾਨੂੰ ਪਤਾ ਥਾਰ ਗੱਡੀ ਕਹਿੰਦੇ ਕੰਜੈਸਟਡ ਹੁੰਦੀ ਆ, ਤਾਂ ਉਹ 2 ਜਣੇ ਅੱਗੇ ਬੈਠ ਕੇ ਪਿੱਛੇ 1 ਜਣਾ ਹੀ ਬੈਠਦਾ। ਤਾਂ ਸਿੱਧੂ ਨੇ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਨੂੰ ਕਹਿਤਾ ਚੱਲ ਇੱਥੇ ਹੀ ਜਾ ਕੇ ਆਉਣੇ ਆ, ਤੂੰ ਬੈਠ ਅਸੀਂ ਆ ਗਏ। ਤਾਂ ਕਹਿੰਦੇ ਉੱਥੋਂ ਅਸੀਂ ਚੱਲ ਪਏ। ਉੱਥੋਂ ਜਦੋਂ ਸਿੱਧੂ ਦੀ ਹਵੇਲੀ ਤੋਂ ਚੱਲਦੇ ਆ ਤਾਂ 500 ਮੀਟਰ ਤੇ ਮਾਨਸਾ ਤਲਵੰਡੀ ਰੋਡ ਆਉਂਦੀ ਆ ਜੀ। ਤਾਂ ਜਦੋਂ ਮੇਨ ਰੋਡ ਤੇ ਚੜ ਕੇ ਥੋੜੀ ਜਿਹੀ ਦੂਰ ਮਾਨਸਾ ਵਾਲੀ ਸਾਈਡ ਨੂੰ ਆਉਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਇੱਕ ਗੱਡੀ ਪਿੱਛਾ ਕਰ ਰਹੀ ਹੈ ਸਾਡਾ। ਓਕੇ। ਤਾਂ ਉਹਨਾਂ ਕਹਿੰਦੇ ਵੀ ਅਸੀਂ ਸਿੱਧੂ ਨਾਲ ਗੱਲ ਵੀ ਕੀਤੀ ਵੀ ਲੱਗਦਾ ਕੋਈ ਗੱਡੀ ਪਿੱਛਾ ਕਰ ਰਹੀ ਆ। ਤਾਂ ਉਹ ਕਹਿੰਦਾ ਸਿੱਧੂ ਨੇ ਕਿਹਾ ਕੋਈ ਫੈਨ ਜੋ ਹੋਣੇ ਆ ਮੇਰੇ, ਕਿਉਂਕਿ ਸਿੱਧੂ ਦੇ ਤੁਹਾਨੂੰ ਪਤਾ ਬੜੇ ਫੈਨ ਨੇ। ਤਾਂ ਉਹ ਜ਼ਿਆਦਾਤਰ ਸਿੱਧੂ ਦੀ ਹਵੇਲੀ ਤੇ ਖੜੇ ਰਹਿੰਦੇ ਨੇ। ਜੇ ਸਿੱਧੂ ਅੰਦਰ ਨਹੀਂ ਮਿਲਦਾ ਤਾਂ ਉਹ ਦੇਖਦੇ ਆ ਕਿ ਸਿੱਧੂ ਕਿਹੜੀ ਸਾਈਡ ਗਿਆ, ਜੇ ਰੁਕਿਆ ਤਾਂ ਰਸਤੇ 'ਚ ਮਿਲ ਲਾਂਗੇ, ਫੋਟੋ ਕਰਾ ਲਾਂਗੇ। ਤਾਂ ਸਿੱਧੂ ਨੂੰ ਪਹਿਲਾਂ ਤਾਂ ਇਹ ਲੱਗਿਆ ਕਿ ਮੇਰਾ ਪਿੱਛਾ ਜਿਹੜਾ ਕੋਈ ਫੈਨ ਕਰ ਰਹੇ ਨੇ, ਬਟ ਜਦੋਂ ਉਹ ਗੱਡੀ ਦੂਜੀ ਵਾਰ ਮਿਲੀ ਤਾਂ ਉਸ ਵੇਲੇ ਉਹ ਸਿੱਧੂ ਨੂੰ ਸ਼ੱਕ ਹੋ ਗਿਆ ਸੀਗਾ। ਤੇ ਦੋਸਤ ਵੀ ਕਹਿੰਦੇ ਸੀ ਅਸੀਂ ਕਿਹਾ ਵੀ ਕਿ ਗੱਡੀ ਇਹ ਫੈਨ ਦੀ ਨਹੀਂ ਗੀ, ਕੋਈ ਗੱਡੀ ਇਹ ਸ਼ੱਕੀ ਆ। ਤਾਂ ਉਸ ਵੇਲੇ ਸਿੱਧੂ ਨੇ ਕਹਿੰਦੇ ਇਹ ਕਿਹਾ ਵੀ ਡਰੋ ਨਾ, ਕੋਈ ਨਾ, ਆਪਣੇ ਕੋਲੇ ਵੈਪਨ ਹੈਗਾ ਗਾ। ਇੰਨੀ ਗੱਲ ਹੋਈ ਹੈ। ਤੇ ਇਦੋਂ ਸਿਰਫ 2-2.5 ਮਿੰਟ ਬਾਅਦ ਹੀ ਇਹ ਸਾਰਾ ਕਹਿੰਦੇ ਹੋਊਗਾ ਜਿਹੜਾ ਅਟੈਕ ਹੋ ਗਿਆ। ਓਕੇ। ਤੇ ਗੁਰਪ੍ਰੀਤ ਜੀ ਹੁਣ ਤੁਹਾਡੇ ਤੋਂ ਵੀ ਸਮਝਾਂਗੇ, ਜਿਵੇਂ ਤੁਸੀਂ ਵੀ ਸਮਝਿਆ ਉਹਨਾਂ ਤੋਂ, ਕਿਉਂਕਿ ਉਹ ਤਾਂ ਹਾਲੇ ਹਸਪਤਾਲ 'ਚ ਨੇ ਜੋ ਉਹਨਾਂ ਦੇ ਦੋਸਤ ਨੇ। ਮਤਲਬ ਕਿ ਘਰ ਦੇ ਵਿੱਚ ਫੋਰਚੂਨਰ ਸੀਗੀ, ਉਹ ਲੈ ਕੇ ਨਹੀਂ ਗਏ, ਤੁਸੀਂ ਇਹ ਕਹਿ ਰਹੇ ਹੋ। ਜਿਹੜੀ ਪਜੈਰੋ ਸੀ ਉਹ ਪੈਂਚਰ ਸੀਗੀ। ਤੇ ਮਤਲਬ ਕਿ ਕੀ ਥਾਰ 'ਚ ਪਹਿਲੇ ਵੀ ਕਦੀ ਗਏ ਇਸ ਤਰ੍ਹਾਂ, ਜਾਂ ਬਿਨਾਂ ਗਨਮੈਨ ਤੋਂ, ਕਿ ਕੱਲ ਪਹਿਲੀ ਵਾਰੀ ਪਰਸੋਂ ਜਦੋਂ ਹੋਇਆ ਇਹ ਉਸ ਦਿਨ ਪਹਿਲੇ ਹੀ ਲੈ ਕੇ ਗਏ? ਨਹੀਂ, ਸਿੱਧੂ ਕੋਲੇ ਗੱਡੀਆਂ ਵਾਲੀਆ ਸਾਹਿਬ ਬਹੁਤ ਨੇ। ਸਿੱਧੂ ਗੱਡੀਆਂ ਦਾ ਵੀ ਸ਼ੌਕੀਨ ਆ, ਟਰੈਕਟਰ ਦਾ ਵੀ ਸ਼ੌਕੀਨ ਆ। ਤਾਂ ਦੇਖੋ ਤੁਸੀਂ ਜਦੋਂ ਸਾਰਾ ਕੁਝ ਵਾਪਰਨਾ ਹੋਵੇ ਤਾਂ ਸਿੱਧੂ ਨੇ ਉਸ ਦਿਨ ਥਾਰ ਹੀ ਕੱਢੀ। ਜੇ ਦੂਜੀ ਗੱਡੀ ਕੱਢ ਲੈਂਦੇ ਤਾਂ ਉਹਦੇ ਵਿੱਚ ਗਨਮੈਨ ਵੀ ਬੈਠ ਜਾਣਾ ਸੀ। ਤਾਂ ਸਿੱਧੂ ਜਦੋਂ ਕਈ ਗੱਡੀਆਂ ਇਹੋ ਜਿਹੀਆਂ ਹੁੰਦੀਆਂ ਵੀ ਸਿੱਧੂ ਨੂੰ ਲੱਗਦਾ ਕਿ ਇਹ ਗੱਡੀ ਨੇ ਚਲਾਏ ਨੂੰ ਮੈਨੂੰ ਕਾਫੀ ਦਿਨ ਹੋ ਗਏ, ਇਸ ਕਰਕੇ ਉਸ ਦਿਨ ਥਾਰ ਕੱਢ ਲਈ। ਤੇ ਥਾਰ ਦੇ ਵਿੱਚ ਤੁਹਾਨੂੰ ਪਤਾ 3 ਜਾਣੇ ਹੀ ਬੈਠਦੇ ਆ ਤੇ 4 ਜਾਣੇ ਥੋੜਾ ਜਿਹਾ ਔਖੇ ਹੋ ਕੇ ਬੈਠ ਤਾਂ ਜਾਂਦੇ। ਪਰ ਸਿੱਧੂ ਨੇ ਕਿਹਾ ਕਿ ਇੱਥੇ ਹੀ ਜਾਣਾ, ਕਿਹੜਾ ਪ੍ਰੀ ਪਲੈਨਿੰਗ ਸੀ ਕਿਤੇ ਜਾਣਾ, ਕਿਉਂਕਿ ਸਾਰਾ ਦਿਨ ਘਰ ਹੀ ਸੀਗੇ। ਤਾਂ ਉਹਨਾਂ ਨੇ ਗਨਮੈਨ ਨੂੰ ਕਿਹਾ ਵੀ ਤੁਸੀਂ ਇੱਥੇ ਰਹੋ, ਅਸੀਂ ਜਾ ਕੇ ਆਏ। ਬਟ ਪਤਾ ਨਹੀਂ ਸੀ ਕਿ ਅੱਗੇ ਇਸ ਤਰ੍ਹਾਂ ਦੀ ਕੋਈ ਰੇਕੀ ਕੀਤੀ ਜਾ ਰਹੀ ਆ ਕਿ ਸਿਰਫ ਗੱਡੀ ਘਰੋਂ ਨਿਕਲਦੀ ਆ, ਨਿਕਲਣ ਸਾਰ ਹੀ 500 ਮੀਟਰ ਦੇ ਬਾਅਦ ਉਹਦੇ ਪਿੱਛੇ ਗੱਡੀਆਂ ਲੱਗ ਜਾਂਦੀਆਂ। ਇਸ ਤੋਂ ਲੱਗਦਾ ਕਿ ਬੜੀ ਇਹ ਜਿਹੜੀ ਹੈਗੀ ਰੇਕੀ ਕੀਤੀ ਗਈ ਆ ਤੇ ਬੜੀ ਪਲੈਨਿੰਗ ਦੇ ਨਾਲ ਹੀ ਇਹ ਸਾਰਾ ਕੁਝ ਕੀਤਾ ਗਿਆ, ਜਿਹੜਾ ਇੰਨੀ ਛੇਤੀ ਕੀਤਾ। ਤੇ ਗੁਰਪ੍ਰੀਤ ਜੀ, ਜਦੋਂ ਤੁਸੀਂ ਹੁਣ ਜਾਣਿਆ ਉਹਨਾਂ ਤੋਂ, ਗੁਰਵਿੰਦਰ ਤੇ ਗੁਰਪ੍ਰੀਤ ਤੋਂ, ਤੇ ਕੀ ਕਹਿਣਾ ਸੀਗਾ? ਮਤਲਬ ਕਿ ਗੱਡੀਆਂ ਜਦੋਂ ਤੁਸੀਂ ਦੱਸਿਆ ਕਿ ਉਹ ਮਾਨਸਾ ਵਾਲੇ ਰੋਡ ਤੇ ਪੈ ਗਈਆਂ, ਪਹਿਲੇ ਇੱਕ ਵਾਰ ਮਿਲੀ ਤਾਂ ਤੁਹਾਨੂੰ ਲੱਗਿਆ ਕਿ ਉਹਨਾਂ ਨੂੰ ਕੀ ਫੈਨ ਹੈਗੇ, ਦੂਜੀ ਵਾਰ ਮਿਲੀ ਉਹਨੂੰ ਸ਼ੱਕੀ, ਤੇ ਮੂਸੇਵਾਲਾ ਕਹਿੰਦਾ ਕਿ ਆਪਣੇ ਕੋਲ ਵੈਪਨ ਹੈਗਾ, ਠੀਕ ਹੈ। ਤੇ ਜਦੋਂ ਇੱਕਦਮ ਹੀ ਜਦੋਂ ਗੱਡੀਆਂ ਨੇ ਓਵਰਟੇਕ ਕੀਤਾ ਜਾਂ ਕਿੱਦਾਂ ਰੁਕੀਆਂ, ਕਿੱਦਾਂ ਕਿ ਪੂਰਾ, ਤੇ ਅਗਰ ਤੁਸੀਂ ਦੱਸ ਸਕੋ ਦਰਸ਼ਕਾਂ ਨੂੰ ਕਿ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਪੂਰਾ ਬਿਆਨ ਕਰਕੇ ਕਿ ਕਿਸ ਤਰੀਕੇ ਦੇ ਨਾਲ ਹੋਇਆ ਸਾਰਾ ਇਨਸੀਡੈਂਟ। ਇਹ ਜਿਹੜੀ ਕਰੋਲਾ ਗੱਡੀ ਸੀਗੀ, ਇਹ ਕਰੋਲਾ ਜਿਆਦੇ ਸਿੱਧੂ ਦੀ ਗੱਡੀ ਦੇ ਪਿੱਛੇ ਹੀ ਲੱਗ ਰਹੀ ਸੀ ਜਮਾਂ। ਕਿ ਉਹਨਾਂ ਨੂੰ ਦੂਸਰੀ ਗੱਡੀ ਦਾ ਨਹੀਂ ਪਤਾ ਸੀ, ਜਿਹੜੀ ਬਲੈਰੋ ਸੀ। ਹੈ ਤਾਂ 2 ਗੱਡੀਆਂ ਸੀਗੀਆਂ, ਪਰ ਉਹਨਾਂ ਨੂੰ ਸ਼ੱਕ ਕਰੋਲਾ ਤੇ ਹੋਇਆ ਕਿਉਂਕਿ ਕਰੋਲਾ ਹੀ ਜਿਆਦੇ ਉੱਪਰ ਚੜ ਕੇ ਉਹ ਕਹਿੰਦੇ ਪਿੱਛਾ ਕਰ ਰਹੀ ਸੀਗੀ। ਤਾਂ ਜਦੋਂ ਇੱਕ ਵਾਰੀ ਉਹ ਗੱਡੀ ਇੱਕ ਹੋਰ ਰਸਤੇ ਤੋਂ ਪੈ ਕੇ ਜਦੋਂ ਦੂਜੀ ਵਾਰੀ ਉਹਨਾਂ ਦੇ ਅੱਗੇ ਆਈ ਆ ਤਾਂ ਉਦੋਂ ਉਹਨਾਂ ਨੂੰ ਬਿਲਕੁਲ ਕਲੀਅਰ ਹੋ ਗਿਆ ਸੀ ਕਿ ਗੱਡੀ ਸ਼ੱਕੀ ਆ। ਤਾਂ ਇਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਗੁਰਵਿੰਦਰ ਤੇ ਗੁਰਪ੍ਰੀਤ ਨੇ ਕਹਿੰਦੇ ਅਸੀਂ ਕਿਹਾ ਕਿ ਬਾਈ ਇਹ ਗੱਡੀ ਆਪਾਂ ਨੂੰ ਕੋਈ ਸ਼ੱਕੀ ਲੱਗਦੇ, ਕੋਈ ਸ਼ੱਕੀ ਬੰਦੇ ਆ। ਤਾਂ ਉਸ ਵੇਲੇ ਸਿੱਧੂ ਨਾਲ ਜਿਹੜੀ ਲਾਸਟ ਗੱਲ ਹੋਈ ਆਗੀ ਦੋਨਾਂ ਦੀ, ਤੇ ਸਿੱਧੂ ਨੇ ਅੱਗੋਂ ਇੰਨਾ ਕਹਿ ਕੇ ਆਪਣੇ ਕੋਲੇ ਵੈਪਨ ਆ, ਕੋਈ ਗੱਲ ਨਹੀਂ। ਤਾਂ ਇੰਨੀ ਗੱਲ ਹੋਣ ਦੇ ਵਿੱਚ 1 ਮਿੰਟ ਦੇ ਵਿੱਚ ਹੀ ਉਹ ਗੱਡੀ ਵਾਲਿਆਂ ਨੇ ਨਾਲ ਬਰਾਬਰ ਜਦੋਂ ਓਵਰਟੇਕ ਕਰਕੇ ਪਹਿਲਾਂ ਟਾਇਰ 'ਚ ਗੋਲੀ ਮਾਰੀ ਆ ਵਾਲੀਆ ਸਾਹਿਬ, ਟਾਇਰਾਂ 'ਚ। ਤੇ ਜਦੋਂ ਟਾਇਰਾਂ 'ਚ ਗੋਲੀ ਵੱਜੀ ਆ ਤੇ ਜਿਹੜਾ ਸਿੱਧੂ ਕੋਲੇ ਵੈਪਨ ਸੀ ਤੇ ਸਿੱਧੂ ਨੇ ਵੀ ਹਵਾਈ ਫਾਇਰ 2 ਫਾਇਰ ਕੱਢੇ ਆਗੇ ਤਾਂ ਕਿ ਉਹ ਡਰ ਜਾਣ। ਸਿੱਧੂ ਨੂੰ ਵੀ ਜਿਹੜਾ ਅਟੈਕ ਕਰਨ ਵਾਲੇ ਆ ਉਹਨਾਂ ਨੂੰ ਡਰ ਹੋਵੇ ਵੀ ਹਾਂ ਅਸਲਾ ਅੱਗੋਂ ਵੀ ਹੈਗਾ। ਬਟ ਜਦੋਂ 2 ਫਾਇਰ ਹੋ ਕੇ ਫਾਇਰ ਬੰਦ ਹੋ ਗਏ ਤੇ ਇਹ ਵੀ ਦੱਸ ਦਿਆ ਗੁਰਵਿੰਦਰ ਤੇ ਗੁਰਪ੍ਰੀਤ ਜਦੋਂ ਫਾਇਰ ਕਰੇ ਆ ਉਸ ਵੇਲੇ ਗੱਡੀ ਫਿਰ ਇਹਨਾਂ ਨੂੰ ਓਵਰਟੇਕ ਕਰਕੇ ਇੱਕ ਵਾਰੀ ਅੱਗੇ ਲੰਘ ਗਈ ਸੀ ਕਰੋਲਾ। ਤਾਂ ਫਿਰ ਅੱਗੋਂ ਜਦੋਂ ਫਾਇਰ ਸਿੱਧੂ ਦੇ ਬੰਦ ਹੋਏ ਉਹਨਾਂ ਨੂੰ ਲੱਗਿਆ ਕਿ ਹੁਣ ਇਹ ਫਾਇਰ ਨਹੀਂ ਕਰ ਰਿਹਾ ਜਾਂ ਤਾਂ ਇਹਦੇ ਕੋਲ ਵੈਪਨ ਨਹੀਂ, ਤਾਂ ਫਿਰ ਉਹ ਉਤਰ ਕੇ ਆਏ ਅੱਗੋਂ। ਇਹਨੇ ਨੂੰ ਪਿੱਛੋਂ ਨੂੰ ਬਲੈਰੋ ਗੱਡੀ ਆ ਗਈ ਆ ਤੇ ਫਿਰ ਤਾਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ, ਜਿਵੇਂ ਇੱਕਦਮ ਹੀ ਇੰਨੀ ਫਾਇਰਿੰਗ ਕਰਤੀ ਕਿ ਗੱਡੀ ਦੇ ਵਿੱਚ ਧੂਆਂ ਹੋ ਗਿਆ, ਸਾਨੂੰ ਕੁਝ ਪਤਾ ਨਹੀਂ ਲੱਗਿਆ। ਅਸੀਂ ਫਾਇਰਿੰਗ ਕਰਦੇ ਆਉਂਦੇ ਅੱਗਿਓਂ 2 ਬੰਦੇ ਜ਼ਰੂਰ ਵੇਖਿਆ ਜਿਹੜੇ ਜਿਨ੍ਹਾਂ ਕੋਲੇ ਖਤਰਨਾਕ ਵੈਪਨ ਸੀ ਤੇ ਸਿੱਧੂ ਨੂੰ ਟਾਰਗੇਟ ਕਰਕੇ
ਇੱਕ ਵਾਰੀ ਫਾਇਰਿੰਗ ਹੀ ਸਿੱਧੂ ਤੇ ਕੀਤੀ ਹੈਗੀ, ਤੇ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ, ਉਹ ਕਹਿੰਦਾ ਜਿਹੜੀਆਂ ਦੋਨੋਂ ਸੀਟਾਂ ਸੀ ਮੈਂ ਤਾਂ ਉਹਨਾਂ ਦੇ ਵਿਚਾਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦਾ ਮਾਰਾ। ਤੇ ਗੁਰਪ੍ਰੀਤ ਨੇ ਵੀ ਜਿਹੜਾ ਜਿੱਥੇ ਸਿੱਧੂ ਵਾਲੀ ਸਾਈਡ ਨੂੰ ਸਿਰ ਝੁਕਾ ਲਿਆ ਸੀਗਾ ਆਪਦਾ। ਸੋ ਇਹ ਸਾਰੀ ਜਿਹੜੀ ਹੈਗੇ ਸਿਰਫ ਜਦੋਂ ਉਹਨਾਂ ਨੂੰ ਪਤਾ ਲੱਗਦਾ ਵਾਕਈ ਗੱਡੀ ਸ਼ੱਕੀ ਆ, ਇਹਦੇ 2 ਮਿੰਟ 1.5 ਮਿੰਟ 'ਚ ਹੀ ਇੰਸੀਡੈਂਟ ਸਾਰਾ ਵਾਪਰ ਗਿਆ। ਓਕੇ, ਤੇ ਤੁਸੀਂ ਹੁਣ ਜਿਵੇਂ ਗੁਰਵਿੰਦਰ ਤੇ ਗੁਰਪ੍ਰੀਤ ਨੂੰ ਤੁਸੀਂ ਮਿਲੇ, ਕਿਉਂਕਿ ਇੱਕ ਬੰਦਾ ਪਿੱਛੇ ਬੈਠਾ ਸੀਗਾ, ਇੱਕ ਨਾਲ ਬੈਠਾ ਸੀਗਾ, ਤੇ ਇਹ ਜਿਹੜੀਆਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਮਤਲਬ ਕਿ ਇਨਡਿਸਕ੍ਰਿਮੀਨੇਟ ਅੰਧਾਧੁੰਦ ਜਿਹਨੂੰ ਆਪਾਂ ਕਹਿੰਦੇ ਆ ਫਾਇਰਿੰਗ ਸ਼ੁਰੂ ਕਰਤੀ, ਤਾਂ ਇਹ ਮਤਲਬ ਕਿ ਕਿੰਨੇ ਕੁ ਹਥਿਆਰਾਂ ਤੋਂ ਤੇ ਕਿੰਨੇ ਕੁ ਬੰਦਿਆਂ ਦੇ ਵੱਲੋਂ ਉਹਨਾਂ ਨੇ ਦੱਸਿਆ ਕਿ ਇੱਕਦਮ ਹੀ ਸ਼ੁਰੂ ਹੋ ਗਈ? ਤੇ ਕੀ ਸਿਰਫ ਸਿੱਧੂ ਵਾਲੀ ਸਾਰੇ ਪਾਸੇ ਸਾਰੀ ਫਾਇਰਿੰਗ ਹੋਈ ਕਿ ਬਾਕੀਆਂ ਵਾਲੇ ਪਾਸੇ ਵੀ ਹੋਈ ਗੱਡੀ 'ਚ? ਫਸਟ ਟਾਰਗੇਟ ਵਾਲੀਆ ਸਾਹਿਬ ਸਿੱਧੂ ਵਾਲੇ ਪਾਸੇ ਹੀ ਹੋਇਆ, ਜਿਹੜਾ ਜਿੰਨੀਆਂ ਗੋਲੀਆਂ ਲੱਗੀਆਂ ਤੁਸੀਂ ਵੇਖੋਗੇ ਸਿੱਧੂ ਵਾਲੇ ਪਾਸੇ। ਇਸ ਪਾਸੇ ਨੂੰ ਜਦੋਂ ਉਹਨੂੰ ਗੋਲੀ ਚੱਲੀ ਆ, ਦੂਜੀ ਸਾਈਡ ਜਿਸ ਸਾਈਡ ਗੁਰਪ੍ਰੀਤ ਅੱਗੇ ਬੈਠਾ ਸੀਗਾ, ਇਸ ਸਾਈਡ ਗੁਰਪ੍ਰੀਤ ਨੂੰ ਇੰਨਾ ਕੁ ਮੌਕਾ ਮਿਲ ਗਿਆ ਸੀਗਾ ਕਿ ਝੁਕ ਗਿਆ ਉਹ ਜੀ, ਥੱਲੇ ਨੂੰ ਉਹਨੂੰ ਝੁਕਣ ਦਾ ਮੌਕਾ ਮਿਲ ਗਿਆ। ਸਿੱਧੂ ਨੂੰ ਤਾਂ ਇਹ ਵੀ ਨਹੀਂ ਮੌਕਾ ਮਿਲਿਆ ਕਿ ਉਹ ਥੱਲੇ ਨੂੰ ਝੁਕ ਸਕੇ। ਦੂਜੀ ਉਹਨਾਂ ਨੇ ਹੋਰ ਗੱਲ ਦੱਸੀ ਆ ਕਿ ਜਦੋਂ ਗੋਲੀਆਂ ਦੀ ਆਵਾਜ਼ ਬੰਦ ਹੋਈ ਤਾਂ ਉਹ ਕਹਿੰਦਾ ਵੀ ਗੁਰਪ੍ਰੀਤ ਦੀ ਬੁੱਕਲ ਦੇ ਵਿੱਚ ਸਿੱਧੂ ਡਿੱਗਿਆ ਹੋਇਆ ਸੀ, ਤੇ ਖੂਨ ਮੇਰੇ ਵੀ ਬਹੁਤ ਜ਼ਿਆਦਾ ਸੀਗਾ ਕਿਉਂਕਿ ਪਿੱਛੇ ਜਿਹੜਾ ਬੈਠਾ ਸੀ ਗੁਰਵਿੰਦਰ ਦੀ ਵੀ ਬਾਂਹ 'ਚ ਬਿਲਕੁਲ ਇੱਕ ਸਾਈਡ ਚੱਕੀ ਗਈ ਆ ਜਮਾਂ, ਬਿਲਕੁਲ ਉਹ ਵਿਚਾਲੇ ਹੈ ਹੀ ਨਹੀਂ ਜਗ੍ਹਾ ਡੌਲੇ ਦੇ ਕੋਲ। ਵਾਲੇ ਸਾਹਿਬ ਜਦੋਂ ਕਹਿੰਦੇ ਮੈਂ ਉੱਪਰ ਸਿਰ ਚੱਕ ਕੇ ਵੇਖਿਆ ਵੀ ਹੁਣ ਤਾਂ ਗੋਲੀ ਬੰਦ ਹੋ ਗਈ, ਵੇਖਾਂ ਬਾਈ ਠੀਕ ਆ, ਤਾਂ ਇੰਨੇ ਨੂੰ ਜਦੋਂ ਮੈਂ ਸਿਰ ਚੱਕ ਕੇ ਕਹਿੰਦਾ ਵੇਖਣ ਹੀ ਲੱਗਿਆ ਸੀ ਤੇ ਇੱਕ ਵਾਰੀ ਕਹਿੰਦੇ ਗੋਲੀ ਬਿਲਕੁਲ ਬੰਦ ਹੋ ਗਈ ਸੀ। ਇੰਨੇ ਨੂੰ ਉਹ ਦੁਬਾਰੇ ਫੇਰ ਉਹਨਾਂ ਨੇ ਆ ਕੇ ਗੋਲੀਆਂ ਸਿੱਧੂ ਦੇ ਬਿਲਕੁਲ ਨੇੜਿਓਂ ਮਾਰੀਆਂ ਨੇ। ਓਕੇ, ਦੂਜੀ ਵਾਰ ਵੀ ਵਾਕਈ ਉਹ ਯਕੀਨ ਕਰਕੇ ਗਿਆ ਵੀ ਸਿੱਧੂ ਕਿਤੇ ਬਚ ਨਾ ਜਾਵੇ, ਤੇ ਵੀ ਬੜੀ ਭਿਆਨਕ ਮੰਜ਼ਰ ਸੀਗਾ ਵੀ ਜਿਵੇਂ ਮੌਤ ਦੇ ਛਾਏ ਚੋਂ ਨਿਕਲੇ ਨੇ। ਤਾਂ ਜਿਹੜਾ ਇਹ ਸਾਰਾ ਇਨਸੀਡੈਂਟ ਹੈਗਾ ਪਤਾ ਲੱਗਣ ਦੇ ਵਿੱਚ ਮੈਂ ਕਹਿੰਦਾ ਕਿ ਸਾਰਾ 5 ਮਿੰਟਾਂ ਦੇ ਵਿੱਚ ਹੀ ਵਾਪਰ ਗਿਆ। ਜਦੋਂ ਪਤਾ ਲੱਗਾ ਉਦੋਂ 1.5-2 ਮਿੰਟ ਦੇ ਅੰਦਰ ਅੰਦਰ ਹੀ ਉਹਨਾਂ ਤੇ ਅਟੈਕ ਹੋ ਗਿਆ ਸੀ ਕਿ ਗੱਡੀ ਚੱਕੀ ਆ। ਤੇ ਇਹਨਾਂ ਨੇ ਕੋਈ ਫਿਰ ਕਾਲ ਕਰਨ ਦੀ ਜਾਂ ਰੂਟ ਚੇਂਜ ਕਰਨ ਦੀ ਜਾਂ ਵਾਪਸ ਹੋਣ ਦੀ ਕੋਈ ਸੋਚੀ ਨਹੀਂ? ਮਤਲਬ ਕਿ ਇੱਕ ਘਰੇ ਇੰਨੀ ਦੇਰ 'ਚ ਕਾਲ ਮਾਰ ਦਿੰਦੇ ਕਿ ਪਿੱਛੇ ਦੂਜੀ ਗੱਡੀ ਤੁਰ ਪਵੇ, ਕੁਛ ਅਜਿਹਾ ਨਹੀਂ? ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਆਪਾਂ ਰੂਟ ਚੇਂਜ ਕਰ ਲਈਏ ਜਾਂ ਘਰੋਂ ਕੋਈ ਮਦਦ ਸੱਦ ਲਈਏ ਜਾਂ ਅੱਗੇ ਉਹ ਕਿਸੇ ਨੂੰ ਕਹਿ ਦਈਏ, ਕੁਛ ਅਜਿਹਾ ਕੁਛ ਕੀਤਾ ਹੋਵੇ? ਨਹੀਂ ਬਾਲੀਆ ਸਾਹਿਬ, ਜਿਹੜੇ ਜਦੋਂ ਵੀ ਪਤਾ ਲੱਗਾ ਨਾ ਵੀ ਗੱਡੀ ਛੱਕੀ ਆ ਗਈ, ਗੱਡੀ ਓਵਰਟੇਕ ਕਰ ਰਹੀ ਹੈ, ਪਿੱਛੋਂ ਹਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਦੋਂ ਤਾਂ ਸਰ ਕਾਲ ਤਾਂ ਕਿਤੇ, ਉਹ ਸਿਰਫ ਉਦੋਂ ਤਾਂ 1.5-2 ਮਿੰਟ ਦੇ ਵਿੱਚ ਤਾਂ ਅਟੈਕ ਹੀ ਹੋ ਗਿਆ। ਓਕੇ, ਬਿਲਕੁਲ ਉਦੋਂ ਦਾ 1.5-2 ਮਿੰਟ ਦੇ ਵਿੱਚ ਅਟੈਕ ਹੋ ਗਿਆ। ਇੱਕ ਜਿਹੜਾ ਜਿੱਥੋਂ ਰਸਤਾ ਮੁੜਦਾ ਸੀ ਜਿੱਥੇ ਅਟੈਕ ਹੋਇਆ ਉੱਥੇ ਗੱਡੀ ਬਿਲਕੁਲ ਸਲੋ ਹੋਣੀ ਆ, ਰਸਤਾ ਬਿਲਕੁਲ ਉਹ ਬਹੁਤ ਜ਼ਿਆਦਾ ਇੱਕਦਮ ਮੁੜਦਾ ਗਾ, ਤਿੱਖਾ ਮੋੜ ਆ ਜਿਹਨੂੰ ਕਹਿ ਸਕਦੇ ਆ ਨਾਲੇ ਸਪੀਡ ਬ੍ਰੇਕਰ ਬਣਿਆ ਹੋਇਆ ਉੱਥੇ, ਕਿਉਂਕਿ ਕਰਵ ਹੈ ਅਜਿਹਾ ਸਪੀਡ ਬ੍ਰੇਕਰ ਬਣਿਆ ਹੋਇਆ। ਹਾਂ ਉੱਥੋਂ ਬਿਲਕੁਲ ਜਮਾਂ ਤਿੱਖਾ ਮੋੜ ਹੋਣ ਕਰਕੇ ਗੱਡੀ ਵੀ ਹੌਲੀ ਹੋਣੀ ਸੀ। ਜਾਣੀ ਕਿ ਸਿੱਧੂ ਕੋਲ ਜਦੋਂ ਉਹਨੂੰ ਪਤਾ ਲੱਗਿਆ ਉਹਨੂੰ ਕਿਸੇ ਪਾਸੇ ਨਿਕਲਣ ਦਾ ਰਸਤਾ ਨਹੀਂ ਸੀਗਾ, ਜੇ ਆਪਾਂ ਕਹਿ ਦਈਏ ਵੀ ਟਾਈਮ ਇੰਨਾ ਮਿਲਿਆ ਨਹੀਂ ਕਿ ਉਹ ਕਾਲ ਵੀ ਕਰ ਸਕੇ ਜਾਂ ਕਿਸੇ ਸਾਈਡ ਗੱਡੀ ਨੂੰ ਭਜਾ ਸਕੇ। ਤੇ ਇਹ ਗੁਰਪ੍ਰੀਤ ਜੀ ਦੇਖੋ, ਤੁਸੀਂ ਸਰਕਾਰ ਦੇ ਵਿੱਚੋਂ, ਹੁਣ ਤੁਹਾਡੀ ਪਾਰਟੀ ਦੀ ਸਰਕਾਰ ਹੈਗੀ ਹੈ, ਮਤਲਬ ਕਿ ਅਜਿਹੇ ਵੈਪਨਸ ਦਾ ਇਸਤੇਮਾਲ ਹੋ ਜਾਣਾ ਮਤਲਬ ਕਿ ਕਈ ਸਾਰੇ ਸਵਾਲ ਖੜੇ ਹੁੰਦੇ ਕਿ ਤੁਸੀਂ ਦੱਸਿਆ ਕਿ ਅਜਿਹੇ ਵੈਪਨਸ ਉਹਨਾਂ ਨੇ ਕਦੀ ਦੇਖੇ ਵੀ ਨਹੀਂ ਹੋਣੇ, ਜਿਸ ਤਰ੍ਹਾਂ ਦੀ ਫਾਇਰਿੰਗ ਹੋ ਗਈ ਵੱਖ-ਵੱਖ ਹਥਿਆਰਾਂ ਤੋਂ। ਮੈਂ ਬਾਲੀਆ ਸਾਹਿਬ ਇੱਥੋਂ ਇਹ ਲੱਗਦਾ ਕਿ ਉਹਨਾਂ ਨੂੰ ਇਹ ਵੀ ਸ਼ਾਇਦ ਹੋਵੇ ਵੀ ਕੀ ਹੈ, ਸਿੱਧੂ ਦੀ ਥਾਰ ਵੀ ਜਿਹੜੀ ਹੈਗੀ ਆ ਕਿ ਬੁਲਟ ਪ੍ਰੂਫ ਹੋਵੇ ਸ਼ਾਇਦ, ਜਿਵੇਂ ਜਿਸ ਹਿਸਾਬ ਨਾਲ ਉਹਨਾਂ ਨੇ ਵੈਪਨ ਯੂਜ਼ ਕਰਦੇ ਸੀ ਕਿ ਕਿਤੇ ਥਾਰ ਵੀ ਨਾ ਬੁਲਟ ਪ੍ਰੂਫ ਹੋਵੇ, ਜਾਂ ਉਹਨਾਂ ਨੂੰ ਲੱਗਦਾ ਸੀ ਜੇ ਬੁਲਟ ਪ੍ਰੂਫ ਵੀ ਹੋਵੇ ਤਾਂ ਜਿਹੜਾ ਇਹੋ ਜਿਹਾ ਵੈਪਨ ਆ ਸ਼ਾਇਦ ਬੁਲਟ ਪ੍ਰੂਫ ਦੇ ਵਿੱਚ ਦੀ ਵੀ ਕੋਈ ਇੰਜਰੀ ਕਰ ਜਾਵੇ। ਮੈਨੂੰ ਲੱਗਦਾ ਇਸ ਹਿਸਾਬ ਦੀ ਤਿਆਰੀ ਸੀ। ਤੋ ਏਡੀ ਵੱਡੀ ਜਿਹੜੀ ਤਿਆਰੀ ਉਹ ਕਰਕੇ ਆਇਆ ਪੰਜਾਬ ਪੁਲਿਸ ਲਈ ਵੀ, ਸਾਡੇ ਲਈ ਵੀ ਬਹੁਤ, ਮੈਂ ਕਹਿਣਾਗਾ ਕਿ ਇਹੋ ਜਿਹਾ ਵੈਪਨ ਦਾ ਯੂਜ਼ ਕਰਨਾ, ਇੱਕ ਨੈਕਸਸ ਦਾ ਸਾਰੇ ਪਾਸੇ ਜੁੜਨਾ। ਤੁਸੀਂ ਵੇਖੋ ਕਿ ਤਿਹਾੜ ਤੋਂ ਅਲੱਗ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਫਿਰ ਇੰਟਰਨੈਸ਼ਨਲ ਲਿੰਕ ਜੁੜਨਾ, ਇਹ ਮੈਂ ਕਹਿੰਦਾ ਇਕੱਲੇ ਪੰਜਾਬ ਵਾਸਤੇ ਜਾਂ ਪੰਜਾਬ ਪੁਲਿਸ ਵਾਸਤੇ ਨਹੀਂ ਗਾ, ਇਹ ਸਮੁੱਚੇ ਸਾਡੇ ਦੇਸ਼ ਦੀਆਂ ਸਾਰੀਆਂ ਏਜੰਸੀਆਂ ਨੂੰ ਆਪਸ ਦੇ ਵਿੱਚ ਸੰਗਠਨ ਹੋ ਕੇ ਕੰਮ ਕਰਨਾ ਪਊਗਾ। ਇਹ ਨੈਕਸਸ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ ਚੱਲਿਆ, ਤਿਹਾੜ ਜੇਲ੍ਹ ਦੇ ਵਿੱਚੋਂ ਤੁਹਾਡੇ ਕੋਲੇ ਸਾਰਾ ਕੁਝ, ਸਭ ਕੁਝ ਤੁਹਾਡੇ ਸਾਹਮਣੇ ਕੁਝ ਆ ਗਿਆ ਤੇ ਬੜਾ ਸਾਹਮਣੇ ਆ ਜਾਊਗਾ। ਤੇ ਜੇ ਇਹੋ ਜਿਹੇ ਖਤਰਨਾਕ ਵੈਪਨ ਜੇ ਯੂਜ਼ ਕੀਤੇ ਜਾ ਰਿਹਾ ਤੇ ਬਹੁਤ ਵੱਡਾ ਚੈਲੰਜ ਹੈ ਪੰਜਾਬ ਲਈ ਤੇ ਦੇਸ਼ ਲਈ ਵੀ। ਬਿਲਕੁਲ ਗੁਰਪ੍ਰੀਤ ਜੀ, ਜਿਵੇਂ ਤੁਸੀਂ ਅੱਜ ਹਾਲ ਜਾਣ ਕੇ ਆਏ ਹੋ ਤੇ ਜਿਵੇਂ ਤੁਸੀਂ ਹੁਣ ਮੈਨੂੰ ਸਾਰਾ ਦੱਸਿਆ, ਤੇ ਜਦੋਂ ਤੁਸੀਂ ਦੱਸ ਰਹੇ ਹੋ ਕਿ ਜਦੋਂ ਇੱਕ ਵਾਰ ਉਹਨਾਂ ਨੇ ਫਾਇਰਿੰਗ ਰੋਕਤੀ ਤੇ ਦੁਬਾਰਾ ਆ ਕੇ ਮੁੜ ਤੋਂ ਫਾਇਰਿੰਗ ਕੀਤੀ, ਤੇ ਜਿਸ ਦੌਰਾਨ ਪਿੱਛੇ ਬੈਠੇ ਗੁਰਵਿੰਦਰ ਨੇ ਦੇਖਿਆ ਕਿ ਮਤਲਬ ਕਿ ਸਿੱਧੂ ਕੀ ਠੀਕ ਹੈ,
ਸਮੇਂ ਤੱਕ ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇਵਾਲਾ ਜ਼ਿੰਦਾ ਸੀਗਾ? ਜੋ ਦੂਜੀ ਵਾਰ ਫਾਇਰਿੰਗ ਹੋਈ ਉਸ ਤੋਂ ਬਾਅਦ ਜਾ ਕੇ ਮਤਲਬ ਕਿ ਉਹਨੇ ਸਾਹ ਛੱਡੇ? ਬਿਲਕੁਲ, ਉਹ ਕਹਿੰਦੇ ਵੀ ਸਿੱਧੂ ਉਸ ਟਾਈਮ ਠੀਕ ਸੀਗਾ। ਦੂਜੀ ਵਾਰ ਫਾਇਰਿੰਗ ਤੋਂ ਬਾਅਦ ਵੀ ਗੌਰਵ ਜੀ ਜਦੋਂ ਗਏ ਆ, ਸਿੱਧੂ ਨੇ ਇੱਕ ਵਾਰੀ ਅੱਖਾਂ ਨੇ ਬੋਲਿਆ ਤਾਂ ਨਹੀਂ ਗਿਆ, ਅੱਖਾਂ ਉਹਨਾਂ ਨੇ ਪੱਟੀਆਂ ਨੇ, ਅੱਖਾਂ ਪੱਟ ਕੇ ਇੱਕ ਵਾਰੀ ਵੇਖਿਆਗਾ, ਉਹਨਾਂ ਨੇ ਮੈਨੂੰ ਦੱਸਿਆ। ਗੌਰਵ ਜੀ ਅੱਖਾਂ ਖੋਲਣ ਤੋਂ ਬਾਅਦ ਉਹਨਾਂ ਦੀ ਲੱਗਦਾ ਕਿ ਇੱਕ ਵਾਰੀ ਅੱਖਾਂ ਕਹਿੰਦੇ ਖੋਲੀਆਂ, ਫਿਰ ਸਿੱਧੂ ਨਹੀਂ ਬੋਲਿਆ। ਬਾਕੀ ਜਿਹੜੀ ਉੱਥੇ ਪਬਲਿਕ ਇੰਨੀ ਡਰ ਗਈ ਸੀ, ਪਹਿਲਾਂ ਤਾਂ ਕਹਿੰਦੇ 5-7 ਮਿੰਟ ਕੋਈ ਨੇੜੇ ਵੀ ਨਹੀਂ ਆਇਆ, ਭਾਵੇਂ ਉਹ ਚਲੇ ਵੀ ਗਏ ਸੀ, ਕੋਈ ਨਜ਼ਦੀਕ ਨਹੀਂ ਆਇਆ। ਉਸ ਤੋਂ ਬਾਅਦ ਜੇ ਆ ਵੀ ਗਏ ਤਾਂ ਆਪਣੇ ਅੱਜ ਕੱਲ੍ਹ ਕਲਚਰ ਹੈਗਾ ਆਪਦੀ ਵੀਡੀਓ ਬਣਾਉਣੀ, ਫੋਟੋ ਬਣਾਉਣੀ, ਉਸ ਪਾਸੇ ਨੂੰ ਲੋਕ ਚੱਲ ਪਏ। ਜਾਣੀ ਕਿ ਜਿਹੜੀ ਜਗ੍ਹਾ ਦੇ ਉੱਤੇ 30-35 ਮਿੰਟ ਘੱਟੋ ਘੱਟ ਕਹਿੰਦੇ ਵੀ ਅੱਧਾ ਘੰਟਾ 25-30 ਮਿੰਟ ਲੱਗੇ ਆ ਸਿੱਧੂ ਨੂੰ ਉੱਥੋਂ ਚੱਕਣ ਦੇ ਵਿੱਚ। ਇਹ ਟਾਈਮ ਵੀ ਥੋੜਾ ਜਿਹਾ ਜਿਹੜਾ ਹੈਗਾ ਗਾ ਉੱਥੇ ਲੱਗਿਆ ਗਾ ਕਿ 25-30 ਮਿੰਟ ਇਨਸੀਡੈਂਟ ਤੋਂ ਬਾਅਦ ਵੀ ਸਿੱਧੂ ਨੂੰ ਉੱਥੋਂ ਚੱਕਣ ਤੋਂ ਜਗ੍ਹਾ ਤੋਂ ਲੱਗ ਗਏ। ਮਤਲਬ ਕਿ ਇਹੀ ਅਗਰ ਉਹਨੂੰ ਫੌਰਨ ਰਾਹਤ ਮਿਲ ਜਾਂਦੀ, ਫਸਟ ਏਡ ਮਿਲ ਜਾਂਦੀ ਜਾਂ ਕੋਈ ਸੱਜਣ ਉਸ ਨੂੰ ਲੈ ਜਾਂਦਾ ਤੇ ਬਚਾਅ ਹੋ ਸਕਦਾ ਸੀਗਾ, ਉਹ ਪੁੱਤ ਬਚਾਇਆ ਜਾ ਸਕਦਾ ਸੀਗਾ। ਇਹ ਲੱਗਦਾ ਗਾ ਬਾਕੀ ਜੋ ਹੋਣੀਆਂ, ਪਰ ਉਹਨਾਂ ਨੇ ਕਿਹਾ ਕਿ 25-30 ਮਿੰਟ ਲੱਗੇ ਆਗੇ ਉੱਥੋਂ ਚੱਕਣ ਤੋਂ, ਕਿਉਂਕਿ ਪਹਿਲਾਂ ਲੋਕ ਡਰੇ ਹੋਏ ਸੀ, ਜਦੋਂ ਆਏ ਤਾਂ ਉਹ ਟਾਕੀਆਂ ਨਹੀਂ ਉਹਨਾਂ ਦੀਆਂ ਖੁੱਲੀਆਂ, ਇੱਕ ਡਰ ਗਏ ਸੀ ਹੈ ਕੌਣ ਆਗਾ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੋਈ ਲਿਜਾਣ ਵਾਸਤੇ ਕੋਈ ਲੈ ਕੇ ਨਹੀਂ ਗਿਆ, ਗੱਡੀ ਮਸਾਂ ਆਈ ਆ, ਕੋਈ ਲੋਕ ਤਮਾਸ਼ਬੀਨ ਤਾਂ ਬਣੇ ਰਹੇ ਪਰ ਕਿਸੇ ਨੇ ਕੋਈ ਗੱਡੀ ਵੀ ਨਹੀਂ ਲੈ ਕੇ ਆਇਆ ਵੀ ਸਿੱਧੂ ਨੂੰ ਛੇਤੀ ਲੈ ਜੀ। ਤੇ ਗੁਰਪ੍ਰੀਤ ਜੀ ਇਹ ਸੀਗਾ ਮਤਲਬ ਕਿ ਜੋ ਦੱਸਿਆ ਜਾ ਰਿਹਾ ਸੀ ਕਿ ਮੂਸੇਵਾਲੇ ਦੇ ਫਾਦਰ ਉਹ ਵੀ ਪਿੱਛੇ ਹੀ ਆ ਰਹੇ ਸੀਗੇ, ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਸੀਗਾ ਇਕੱਲਾ ਚੱਲ ਗਿਆ ਤਾਂ ਉਹ ਵੀ ਪਿੱਛੇ ਤੁਰ ਪਏ। ਬਿਲਕੁਲ ਮੇਰੀ ਉਹਨਾਂ ਦੀ ਪਿਤਾ ਜੀ ਨਾਲ ਵੀ ਗੱਲ ਹੋਈ ਹੈ। ਦੇਖੋ ਉਹਨਾਂ ਦੇ ਪਿਤਾ ਜੀ ਹਮੇਸ਼ਾ ਅਲਰਟ ਰਹਿੰਦੇ ਸੀਗੇ ਵੀ ਕਿਤੇ ਦੇਖੋ ਕੁਝ ਹੋ ਨਾ ਜਾਵੇ। ਤਾਂ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਧੂ ਥਾਰ ਤੇ ਬਿਨਾਂ ਸਿਕਿਉਰਿਟੀ ਤੇ ਚਲਾ ਗਿਆ, ਉਹਨਾਂ ਕੋਲੇ ਬੁਲਟ ਪ੍ਰੂਫ ਗੱਡੀ ਵੀ ਨਹੀਂ, ਤੇ ਉਹਨਾਂ ਦੇ ਪਿਤਾ ਜੀ ਨੇ ਉਹੀ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਿਹਦਾ ਟਾਇਰ ਪੈਂਚਰ ਹੋਇਆ ਵਾ ਸੀ। ਜਦੋਂ ਨੂੰ ਉਹ ਫਾਰਚੂਨਰ ਗੱਡੀ ਦੀ ਚਾਬੀ ਨਹੀਂ ਸੀ ਕਹਿੰਦੇ, ਕਿਉਂਕਿ ਸਿੱਧੂ ਦੀ ਮਾਤਾ ਜੀ ਕਿਸੇ ਪਿੰਡ ਦੇ ਵਿੱਚ ਕਿਸੇ ਦੇ ਕੋਲੇ ਗਏ ਹੋਏ ਸੀਗੇ, ਤਾਂ ਕਹਿੰਦੇ ਜਦੋਂ ਨੂੰ ਮੈਂ ਫੋਨ ਕਰਕੇ ਪੁੱਛਿਆ ਵੀ ਚਾਬੀ ਕਿੱਥੇ ਪਈ ਹੈ ਦੂਜੀ ਗੱਡੀ ਦੀ, ਤਾਂ ਉਦੋਂ ਨੂੰ ਸਿਰਫ ਉਹਨਾਂ ਦਾ 5 ਮਿੰਟ 6 ਮਿੰਟ ਦਾ ਜਿਹੜਾ ਫਾਸਲਾ ਰਹਿ ਗਿਆ। ਨਹੀਂ ਹੋ ਸਕਦਾ ਗਨਮੈਨ ਨਾਲ ਜਾਂਦੇ ਤਾਂ ਉੱਥੇ ਮੁਕਾਬਲਾ ਹੁੰਦਾ, ਕਿਉਂਕਿ ਸਿੱਧੂ ਮੂਸੇਵਾਲੇ ਦਾ ਪਿਤਾ ਵੀ ਪਿੱਛੇ ਹੀ ਪਹੁੰਚ ਗਿਆ ਸੀ, ਜਿਵੇਂ ਉਹਨਾਂ ਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਵੇ। ਓਹੋ, ਮਤਲਬ ਕਿ ਗੱਲ ਤੁਹਾਡੀ ਸਹੀ ਹੈ, ਪਰ ਪਰਮਾਤਮਾ ਦੇ ਅੱਗੇ ਤਾਂ ਚਲੋ ਹੁਣ ਕੁਝ ਨਹੀਂ ਕਿਹਾ ਜਾ ਸਕਦਾ, ਉਸਦੇ ਫੈਸਲਿਆਂ ਦੇ ਅੱਗੇ। ਪਰ ਗੁਰਪ੍ਰੀਤ ਜੀ ਇੱਕ ਸਵਾਲ ਮੈਂ ਬੜਾ ਇਮਾਨਦਾਰੀ ਦੇ ਨਾਲ ਤੁਹਾਡੇ ਤੋਂ ਜਾਣਨਾ ਚਾਹਾਂਗਾ, 1-2 ਸਵਾਲ, ਕਿਉਂਕਿ ਦਰਸ਼ਕ ਤੁਹਾਨੂੰ ਦੇਖ ਰਹੇ ਆ, ਪੂਰੀ ਦੁਨੀਆ 'ਚ ਸੁਣ ਰਹੇ ਆ। ਜਿਨ੍ਹਾਂ ਨੂੰ ਤੁਸੀਂ ਅੱਜ ਗੁਰਵਿੰਦਰ ਨੂੰ, ਗੁਰਪ੍ਰੀਤ ਨੂੰ ਮਿਲ ਕੇ ਆਏ ਹੋ, ਇਹ ਤੁਹਾਡੇ ਪੁਰਾਣੇ ਜਾਣਕਾਰ ਹੈਗੇ ਕਿ ਵੈਸੇ ਆਪਣੇ ਇਲਾਕੇ ਦੇ ਨਾਲ ਤੁਸੀਂ ਮਿਲ ਕੇ ਆਏ ਹੋ? ਮੂਸੇ ਪਿੰਡ ਦੀ ਹੈ ਜੀ, ਮੂਸਾ ਪਿੰਡ ਜਿੱਥੋਂ ਦਾ ਸਿੱਧੂ ਹੈ, ਇਹ ਵੀ ਮੂਸੇ ਦੇ ਉਹਨਾਂ ਦੇ ਜਿਹੜੇ ਹੈਗੇ ਮਿੱਤਰ ਨੇਗੇ, ਸਕੇ ਪਰਿਵਾਰਾਂ ਚੋਂ ਆ, ਜਿਵੇਂ ਘਰਾਂ ਚੋਂ ਚਾਚੇ ਤਾਇਆਂ ਦੇ ਵਿੱਚੋਂ ਹੁੰਦੇ ਆ, ਉਹਦੇ ਦੋਸਤ ਨੇ। ਉਹ ਤਿੰਨੋਂ ਹੀ ਇਹ ਮੂਸੇ ਪਿੰਡ ਦੇ ਸੀ, ਸਿੱਧੂ ਵੀ ਤੇ ਦੋਨੋਂ, ਕਿਉਂਕਿ ਮੂਸਾ ਪਿੰਡ ਮੇਰੇ ਹਲਕੇ 'ਚ ਪੈਂਦਾ ਜੀ। ਇਹ ਮੂਸਾ ਪਿੰਡ ਭਾਵੇਂ ਸਿੱਧੂ ਨੇ ਚੋਣ ਮਾਨਸਾ ਤੋਂ ਲੜੀ ਸੀ, ਪਰ ਮੂਸਾ ਪਿੰਡ ਮੇਰੇ ਹਲਕਾ ਸਰਦੂਲਗੜ੍ਹ ਦਾ ਪਿੰਡ ਹੈ ਜੀ। ਓਕੇ, ਤੇ ਤੁਹਾਡੇ ਜਾਣਕਾਰ ਹੈਗੇ ਵੈਸੇ ਗੁਰਵਿੰਦਰ ਤੇ ਗੁਰਪ੍ਰੀਤ? ਪਹਿਲੇ ਤੁਸੀਂ ਕਦੀ ਮੁਲਾਕਾਤ? ਹਾਂ ਬਿਲਕੁਲ ਜਾਣਦੇ ਆ ਜੀ, ਸਾਡੇ ਨਾਲ ਪਿੰਡ ਆ, ਜਾਣਦੇ ਆ ਚੰਗੀ ਤਰ੍ਹਾਂ, ਕਿਉਂਕਿ ਸਿੱਧੂ ਵੀ ਮੇਰਾ ਦੋਸਤ ਸੀਗਾ, ਸਾਰੇ ਇਕੱਠੇ ਰਹਿੰਦੇ ਸੀ, ਜਾਣਦੇ ਆ ਚੰਗੀ ਤਰ੍ਹਾਂ ਜੀ। ਕਿਉਂਕਿ ਪਤਾ ਕਿਉਂ ਮੈਂ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਇਲਜ਼ਾਮ ਜ਼ਿਆਦਾਤਰ ਤੁਹਾਡੀ ਪਾਰਟੀ ਦੇ ਉੱਪਰ, ਤੁਹਾਡੇ ਸਾਰਿਆਂ ਦੇ ਉੱਪਰ ਹੈ ਕਿ ਤੁਸੀਂ ਜਿਹੜੀ ਸਿਕਿਉਰਿਟੀ ਸਿੱਧੂ ਦੀ ਵਿਡਰਾਅ ਕੀਤੀ ਹੈ ਨਾ, ਸਾਰਾ ਪੰਗਾ ਉਸ ਕਰਕੇ ਪਿਆ ਜਿਹੜੇ ਮੁੰਡੇ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਹੁਣ ਗੱਲ ਇਹ ਵੀ ਹੈ ਕਿ ਸਰਕਾਰ ਬੈਕਫੁੱਟ ਤੇ ਹੈਗੀ ਹੈ, ਕਿਤੇ ਨਾ ਕਿਤੇ ਸਰਕਾਰ ਦਾ ਕੋਈ ਬਿਆਨ ਨਹੀਂ ਆ ਰਿਹਾ, ਤੇ ਇਸ ਕਰਕੇ ਸ਼ਾਇਦ ਤੁਹਾਨੂੰ ਅੱਗੇ ਕਰਕੇ ਜਿਹੜਾ ਹੈਗਾ ਇੱਕ ਨਵੀਂ ਥਿਊਰੀ ਜਿਹੜੀ ਹੈ ਉਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਦਰਸ਼ਕਾਂ ਨੂੰ ਤੁਸੀਂ ਇਹ ਵੀ ਕਲੀਅਰ ਕਰੋ, ਕਿਉਂਕਿ ਸਾਰੇ ਪੱਖ ਜਾਣਨਾ ਸਾਡਾ ਫਰਜ਼ ਹੈ ਬੀਇੰਗ ਅ ਜਰਨਲਿਸਟ। ਵਾਲੀਆ ਸਾਹਿਬ ਦੇਖੋ, ਸਰਕਾਰ ਤੋਂ ਗੱਲ ਨਹੀਂ, ਮੇਰਾ ਨਿੱਜੀ ਉਹ ਪਰਿਵਾਰ ਸੀਗਾ। ਮੇਰਾ ਸਿੱਧੂ, ਲੋਕ ਜਾਣਦੇ ਆ ਮੇਰਾ ਸਿੱਧੂ ਨਾਲ ਕਿੱਡਾ ਵੱਡਾ ਰਿਸ਼ਤਾ ਸੀ। ਸਿੱਧੂ ਤੇ ਜਦੋਂ ਕੇਸ ਪਏ ਮੈਂ ਵਕੀਲ ਵੀ ਰਿਹਾ, ਉਹਦੀ ਜ਼ਮਾਨਤ ਵੀ ਕਰਾਉਂਦਾ ਰਿਹਾ। ਉਹਦੇ ਪਿਤਾ ਜੀ ਨਾਲ ਮੇਰੀ ਬਹੁਤ ਵਧੀਆ ਦੋਸਤੀ ਹੈਗੀ, ਪੁਰਾਣੀ ਦੋਸਤੀ ਆ, ਸਾਡੇ ਪਰਿਵਾਰਕ ਸੰਬੰਧ ਨੇ। ਇੱਕ ਮੇਰਾ ਫਰਜ਼ ਸੀਗਾ, ਮੈਂ ਜਾਣਾ। ਮੈਂ ਤੁਹਾਨੂੰ ਦੱਸਦਾ ਕਿ ਇੱਥੇ ਇਹ ਪੋਲੀਟਿਕਸ ਇਹੋ ਜਿਹੀ ਕੀਤੀ ਗਈ ਕਿ ਇਸ ਨੂੰ ਇੱਕ ਪਾਸੇ ਨੂੰ ਤੋਰਿਆ ਗਿਆ। ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਮੈਂ ਇੱਕ ਗੱਲ ਬੜੇ ਸਪਸ਼ਟ ਕਹਿੰਦਾ, ਮੈਂ ਕੋਈ ਲਕੋਸ਼ ਪੋ ਕੇ ਨਹੀਂ ਕਹਿੰਦਾ, ਇੱਕ ਰਵਾਇਤ ਬਣ ਗਈ ਆ ਵਾਲੀਆ ਸਾਹਿਬ, ਜਿਹੜੀ ਬਣੀ ਆ। ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਜਦੋਂ ਕੋਈ ਹੁੰਦਾ ਕਿ ਪੁਲਿਸ ਦੀ ਲੋੜ ਪੈਂਦੀ ਹੈ, ਜਦੋਂ ਹੁਣ ਜਿਵੇਂ ਆਪਰੇਸ਼ਨ ਬਲੂ ਸਟਾਰ ਆ ਗਿਆ, ਇਹ ਇਸੇ ਤਰ੍ਹਾਂ ਕੋਈ ਹੋਰ ਆ ਜਾਂਦਾ, ਕੋਈ ਇਨਸੀਡੈਂਟ ਬਣ ਜਾਂਦਾ, ਤਾਂ ਉੱਥੇ ਸਿੱਧਾ ਹੀ ਇੱਕ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਕਿ ਜਿਹਦੇ ਕੋਲੇ ਸਿਕਿਉਰਿਟੀ ਆ ਉਹਦੇ ਤੋਂ ਹਾਫ ਚੱਕ ਲਓ, ਇਸ ਪਰਪਸ ਲਈ ਚੱਕ ਲਓ, ਕਿਉਂਕਿ ਜਿਹੜਾ ਅਗਲਾ ਪ੍ਰੋਗਰਾਮ ਆਉਂਦਾ ਹੁੰਦਾ।
ਇਹਦੇ ਲਈ ਮੈਂ ਜ਼ਰੂਰ ਕਹਿਣਾ ਚਾਹਣਾ ਕਿ ਭਾਵੇਂ ਫਸਟ ਟਾਈਮ ਨਹੀਂ ਹੋਇਆ, ਬਟ ਇਹਦੇ ਲਈ ਕੋਈ ਰਿਵਿਊ ਤਾਂ ਹੋਵੇ ਨਾ, ਜਿਹਦੇ ਕੋਲੋਂ ਚੱਕ ਰਹੇ ਹੋ ਤੁਸੀਂ। ਮੰਨ ਲਓ ਆਪਾਂ ਨੂੰ 1200 ਬੰਦਿਆਂ ਦੀ ਲੋੜ ਆ, ਤੇ ਇੱਕ ਸਿੱਧਾ ਜਿਹਾ ਫਰਮਾਨ ਜਾਰੀ ਕਰ ਦਿੰਦੇ ਆ ਕਿ ਸਾਰਿਆਂ ਤੋਂ ਅੱਧੇ ਅੱਧੇ ਲੈ ਲਓ। ਬਿਲਕੁਲ ਸਿਕਿਉਰਿਟੀ ਉਹਦੀ ਬਿਲਕੁਲ ਵਿਡਰਾ ਨਹੀਂ ਕਰੀ ਸੀ 6 ਦਾ ਕਰਕੇ ਅੱਧੇ ਤੇ, ਪਰ ਮੈਂ ਉੱਥੇ ਵੀ ਸਹਿਮਤ ਨਹੀਂ ਕਿ ਜੇ ਚੱਕਣਾ ਕੋਈ ਘੱਟੋ ਘੱਟ ਜਿਹਦੀ ਸਿਕਿਉਰਿਟੀ ਤੁਸੀਂ ਘਟਾ ਰਹੇ ਹੋ ਉਹਦੀ ਕੋਈ ਇੰਟੈਲੀਜੈਂਸੀ ਤੋਂ ਰਿਪੋਰਟ ਲੈਣੀ ਚਾਹੀਦੀ ਹੈ, ਉਹਨਾਂ ਦੀ ਵਾਪਸ ਲੈ ਲਓ। ਨਾਲੇ ਜਿਹੜੀ ਇਹ ਸੀਗੀ ਜਿਹੜਾ ਮੀਡੀਆ ਤੇ ਗੱਲ ਵੀ ਚੱਲੀ ਜਾਂ ਜਿਹੜਾ ਚਲਾਇਆ ਗਿਆ ਸਿਕਿਉਰਿਟੀ ਵਾਪਸ ਲੈ ਲਈ, ਸਿਕਿਉਰਿਟੀ ਵਾਪਸ ਨਹੀਂ ਲਈ ਸੀ। ਸਿਕਿਉਰਿਟੀ ਉਹਦੀ 6 ਕਰਕੇ ਚੱਕੀ ਸੀ, ਪਰ ਇਹ ਵੀ ਜਿਹੜੀ ਪਬਲਿਸ਼ ਹੋਈ ਆ, ਮੈਂ ਕਹਿੰਦਾ ਵੀ ਜਿਹਨੇ ਵੀ ਪਬਲਿਸ਼ ਕਰੀ ਆ, ਜਿਸ ਲੈਵਲ ਤੇ ਵੀ ਇਹ ਪਬਲਿਸ਼ ਹੋਈ ਆ, ਉਹਦੀ ਇਨਕੁਆਇਰੀ ਹੋ ਕੇ ਸੰਬੰਧਿਤ ਜਿਹੜਾ ਵੀ ਹੈਗਾ ਕੋਈ ਆਫੀਸਰ ਆ ਜਿੱਥੋਂ ਹੋਈ ਆ ਲੀਕ, ਉਹਨੂੰ ਵੀ ਸਜ਼ਾ ਦੇਣੀ ਚਾਹੀਦੀ ਆ। ਭਾਵੇਂ ਇਹ ਪੂਰਾ ਰੀਜਨ ਨਹੀਂ, ਪਰ ਮੈਂ ਆਪਣੇ ਆਪ ਨੂੰ ਕਹਿੰਦਾ ਕਿ ਜੇ ਇਹ ਗੱਲ ਵਿੱਚ ਜੁੜਦੀ ਆ ਨਾਲ ਆ ਕੇ, ਤੇ ਜਿਹਦੇ ਵੀ ਇਹ ਲੀਕ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਅੱਗੇ ਤੋਂ ਜਦੋਂ ਵੀ ਕਿਸੇ ਦੀ ਸਿਕਿਉਰਿਟੀ ਤੋਂ ਚੱਕਣੇ ਆ ਬੰਦੇ ਐਮਰਜੈਂਸੀ ਡਿਊਟੀ ਦੇ ਦੌਰਾਨ, ਘੱਟੋ ਘੱਟ ਉਹਦਾ ਕੋਈ ਇੰਟੈਲੀਜੈਂਸੀ ਤਾਂ ਲੈਣੀ ਚਾਹੀਦੀ ਆ ਨਾ, ਉਹਦੀ ਕੋਈ ਰਿਪੋਰਟ ਤਾਂ ਲੈਣੀ ਚਾਹੀਦੀ ਕਿ ਉਹਨੂੰ ਖਤਰਾ ਕਿੰਨਾ, ਉਹਦਾ ਥ੍ਰੈਟ ਪਰਸੈਪਸ਼ਨ ਕਿੰਨਾ ਹੈਗਾ, ਪਤਾ ਤਾਂ ਚੱਲੇ ਨਾ। ਬਿਲਕੁਲ ਮੈਂ ਆਪ ਬੜਾ ਫਰੈਂਕਲੀ ਕਹਿਣਾਗਾ ਵੀ ਇਹ ਗੱਲ ਹੋਣੀ ਚਾਹੀਦੀ ਹੈ। ਇੱਕ ਮੈਂ ਦੱਸ ਦੇਣਾ ਬਾਲੀ ਸਾਹਿਬ, ਇਹ ਫਸਟ ਟਾਈਮ ਨਹੀਂ ਹੋਇਆ, ਹਰ ਵਾਰੀ ਇਸੇ ਤਰ੍ਹਾਂ ਹੁੰਦਾ ਕਿ ਅੱਧੇ ਗਨਮੈਨ ਲੈ ਲਓ ਇਸ ਪਰਪਸ ਲਈ। ਹਾਂ, ਪਰ ਇਹ ਦੇਖੋ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਹੀ ਇਮਾਨਦਾਰੀ ਦੇ ਨਾਲ ਜਿਹੜੀ ਗੱਲ ਕਹੀ ਹੈਗੀ ਹੈ ਤੇ ਦੁਨੀਆ ਤੁਹਾਨੂੰ ਸੁਣ ਰਹੀ ਹੈ, ਕਿਉਂਕਿ ਤਕਰੀਬਨ ਇਹ ਚੀਜ਼ ਜਿਹੜੀ ਹੈ ਹਾਲਾਂਕਿ ਤੁਹਾਡੀ ਪਾਰਟੀ ਦੇ ਖਿਲਾਫ ਜਾਂਦੀ ਹੈ, ਤੁਹਾਡੇ ਸਰਕਾਰ ਦੇ ਖਿਲਾਫ ਜਾਂਦੀ ਹੈ ਕਿ ਭਾਈ ਡਿਸੀਜਨ ਤੁਸੀਂ ਲੈ ਤਾਂ ਲਿਆ, ਪਰ ਪਹਿਲੇ ਦੇਖ ਤਾਂ ਲਓ ਬੰਦੇ ਨੂੰ ਲੋੜ ਕਿੰਨੀ ਆ, ਉਸ ਨੂੰ ਗੈਂਗਸਟਰਸ ਤੋਂ ਜਿਹੜਾ ਹੈਗਾ ਖਤਰਾ, ਉਸ ਨੂੰ ਬਾਰ-ਬਾਰ ਧਮਕੀਆਂ ਆ ਰਹੀਆਂ, ਆਪਾਂ ਸਿੱਧਾ ਇੱਕ ਫਰਮਾਨ ਜਾਰੀ ਕਰਕੇ ਉਸਦੇ ਬੰਦੇ ਵਾਪਸ ਬੁਲਾ ਲਏ। ਕਿਉਂਕਿ ਜੋ ਖਬਰਾਂ ਸੀਗੀਆਂ ਕਿ ਪਹਿਲੇ ਵੀ ਉਸਦੇ ਉੱਪਰ ਅਟੈਕ ਹੋਣ ਦੇ ਚਾਂਸਸ ਸੀਗੇ, ਪਰ ਸਿਕਿਉਰਿਟੀ ਦੇ ਕੇ ਬੰਦੇ ਵਾਪਸ ਮੁੜ ਗਏ। ਜੇ ਹੁਣ ਤੁਸੀਂ ਇਸ਼ਤਿਹਾਰ ਜੀ ਲਗਾ ਦੋਗੇ, ਦੱਸ ਦੋਗੇ ਕਿ ਬੰਦੇ ਕੋਲ ਸਿਕਿਉਰਿਟੀ ਹੈ ਨਹੀਂ, ਤਾਂ ਹਰ ਕੋਈ ਆ ਕੇ ਉਹਨੂੰ ਪਤਾ ਚੱਲ ਜਾਏਗਾ ਕਿ ਬੰਦਾ ਤਾਂ ਨਿਹੱਥਾ ਹੀ ਹੈ, ਅਟੈਕ ਕਰ ਦੋ ਕਿਤੇ ਵੀ। ਨਹੀਂ ਬਾਲੇ ਸਾਹਿਬ, ਮੈਂ ਇਹ ਕਹਿਣਾ ਵੀ ਇਹ ਸਰਕਾਰ ਤੇ ਨਹੀਂ, ਪਹਿਲਾਂ ਵੀ ਹੁੰਦਾ ਇਸੇ ਤਰ੍ਹਾਂ ਹੀ ਰਿਹਾ ਗਾ। ਇੱਕ ਰੂਟੀਨ ਵਰਕ ਨਹੀਂ ਚੱਲ ਪੈਂਦਾ ਕਿ ਜਦੋਂ ਐਮਰਜੈਂਸੀ ਆ ਦੇ ਵਿੱਚ ਇਹ ਕੰਮ ਕਰਨੇ ਹੀ ਕਰਨੇ ਆ। ਬਿਲਕੁਲ ਸਹੀ ਗੱਲ ਹੈ। ਇਹ ਮੈਂ ਇਕੱਲੀ ਇਸ ਸਰਕਾਰ ਤੇ ਨਹੀਂ ਕਹਿੰਦਾ, ਜਿਹੜੇ ਅੱਜ ਸਾਡੇ ਤੇ ਉਂਗਲਾਂ ਚੱਕਦੇ ਰਹੇ ਆ, ਹੁੰਦਾ ਇਹਨਾਂ ਵੇਲੇ ਵੀ ਇਸੇ ਤਰ੍ਹਾਂ ਰਿਹਾ ਕਿ ਜਿਹਦੇ ਕੋਲ ਸਿਕਿਉਰਿਟੀ ਹੈ ਇਸ ਪਰਪਸ ਲਈ ਅੱਧੇ ਲੈ ਲਓ। ਇਹ ਹੁੰਦਾ ਰਿਹਾਗਾ ਅੱਜ ਜਿਹੜੀ ਸਰਕਾਰ ਤੇ ਉਂਗਲਾਂ ਚੱਕਦੇ ਉਹਨਾਂ ਵੇਲੇ ਵੀ ਹੁੰਦਾ ਰਿਹਾ। ਐਕਚੁਅਲੀ ਇੱਥੇ ਗੁਰਪ੍ਰੀਤ ਜੀ ਤੁਹਾਡੀ ਸਰਕਾਰ ਜਦੋਂ ਬਦਲਾਵ ਦਾ ਕਹਿ ਕੇ ਆਈ ਸੀ ਨਾ, ਲੋਕ ਇਸ ਰੂਟੀਨ ਵਰਕ ਤੋਂ ਹਟ ਕੇ ਸੋਚ ਰਹੇ ਸੀ ਕਿ ਬਦਲਾਵ, ਇੱਕ ਨਵਾਂ ਬਦਲਾਵ ਜਿਹੜਾ ਸੋਚਦੇ ਸੀਗੇ, ਉਸ ਦੀ ਆਸ ਸੀਗੀ। ਬਸ ਗੱਲ ਇਹ ਹੈ, ਵੱਖਰੀ ਗੱਲ ਤੁਸੀਂ ਕਰਨੀ ਸੀਗੀ, ਉੱਥੇ ਜਿਹੜਾ ਮਾਮਲਾ ਗੜਬੜਾ ਗਿਆ। ਨਹੀਂ, ਮੈਂ ਇਹ ਕਹਿਣਾ ਵੀ ਦੇਖੋ ਬਾਲੀਆ ਸਾਹਿਬ, 2 ਸਿਕਿਉਰਿਟੀ ਗਾਰਡ ਚੱਕੇ ਨਹੀਂ ਗਏ ਸੀ, ਪਰ ਜਿਹੜੀ ਗੱਲ ਫਲੈਸ਼ ਹੋ ਗਈ ਕਿ ਇਹ ਤਾਂ ਸਿਕਿਉਰਿਟੀ ਵਾਪਸ ਲੈ ਲਈ, ਉਹ ਗਲਤ ਹੋਈ ਆ। ਇਹ ਸੀ ਕਿ ਸਿਕਿਉਰਿਟੀ ਦੇ ਵਿੱਚ 6 ਜੂਨ ਤੱਕ ਉਹ ਤੋਂ 4 ਤੋਂ 2 ਕੀਤੇ ਗਏ ਸੀ, ਪਰ ਇਹ ਉੱਥੇ ਫਲੈਸ਼ ਕੀ ਹੋ ਗਈ ਵੀ ਸਿਕਿਉਰਿਟੀ ਵਾਪਸ ਲੈ ਲਈ, ਜਿਹੜੀ ਕਿ ਜਿਹੜੀ ਇਹ ਫਲੈਸ਼ ਹੋਈਆਂ ਨੇ ਨਿਊਜ਼, ਇਹਦਾ ਕੌਣ ਦੋਸ਼ੀ ਹੈ, ਕਿੱਥੋਂ ਹੋਈਆਂ, ਇਹ ਗੱਲ ਗਲਤ ਹੈ। ਬਲਕਿ ਕਿ ਸਿਕਿਉਰਿਟੀ ਜਿਹੜੀ ਵਾਪਸ ਨਹੀਂ ਲਈ ਗਈ ਸੀ, 2 ਗਨਮੈਨ ਆਲਰੇਡੀ ਉਹਦੇ ਕੋਲੇ ਕਮਾਂਡੋ ਸੀਗੇ, ਪਰ 6 ਤੱਕ 2 ਵਾਪਸ ਲੈ ਗਏ ਸੀਗੇ। ਹਾਂ, ਪਰ ਗੱਲ ਇਹ ਹੈ ਨਾ ਕਿ ਹੁਣ ਇਹ ਤੁਹਾਡਾ ਹੋਮ ਮਿਨਿਸਟਰ ਸਾਹਿਬ, ਤੁਹਾਡੇ ਖੁਦ ਹੀ ਸੀਐਮ ਸਾਹਿਬ ਹੈ, ਉਹਨਾਂ ਨੇ ਹੀ ਦੇਖਣਾ ਹੈਗਾ ਕਿ ਉਹਨਾਂ ਤੋਂ ਜਿਹੜੇ ਹੈ ਦਸਤਖਤ ਕਿੰਨੇ ਕਰਵਾ ਲਏ, ਕਿਸ ਤਰ੍ਹਾਂ ਲੈ ਲਿੱਤਾ ਗਿਆ। ਰੂਟੀਨ ਦਾ ਮੈਟਰ ਹੈਗਾ, ਪਰ ਇਸ ਦਾ ਨੁਕਸਾਨ ਕਿੰਨਾ ਵੱਡਾ ਹੋ ਗਿਆ। ਤੁਸੀਂ ਕਹਿ ਰਹੇ ਹੋ ਤੁਹਾਡਾ ਹੀ ਆਪਣਾ ਭਰਾ ਸੀਗਾ, ਤੁਹਾਡੇ ਆਪਣੇ ਸੰਬੰਧ ਹੈ, ਇੱਕ ਅਜਿਹਾ ਹੋਣਹਾਰ ਪੁੱਤ ਜਿਹੜਾ ਪੂਰੀ ਦੁਨੀਆ 'ਚ ਤੁਹਾਡੇ ਇਲਾਕੇ ਦਾ ਨਾਂ ਰੋਸ਼ਨ ਕਰਤਾ, ਉਸਨੇ ਪੰਜਾਬ ਦਾ ਨਾਂ ਰੋਸ਼ਨ ਕਰਤਾ, ਉਹ ਤਾਂ ਆਪਾਂ ਗਵਾ ਲਿਆ ਨਾ। ਇੱਕ ਛੋਟੀ ਜਿਹੀ PR ਐਕਸਰਸਾਈਜ਼ ਸੀਗੀ ਜਾਂ ਅਣਗਹਿਲੀ ਸੀਗੀ, ਪਰ ਜੋ ਨੁਕਸਾਨ ਹੋਇਆ ਇਹ ਪੂਰਾ ਕਦੀ ਨਹੀਂ ਹੋ ਸਕਦਾ। ਬਸ ਗੌਰਵ ਜੀ, ਅਸੀਂ ਠੀਕ ਆ ਵੀ ਜਿਹੜੇ ਅੱਜ ਉਂਗਲਾਂ ਉਠਾ ਰਹੇ ਨੇ, ਸਾਰਾ ਕੁਝ ਉਹ ਕਰ ਰਹੇ ਨੇ, ਮੈਂ ਫੇਰ ਕਹਿਣਾ ਕਿ ਸਿੱਧੂ ਦੀ ਚਿਤਾ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਸੀਗੀ। ਇਹ ਜਿਹੜਾ ਹੋਇਆਗਾ ਇਨਸੀਡੈਂਟ, ਇਹ ਸਾਡੇ ਇਕੱਲੇ ਕਿਸੇ ਸਿੱਧੂ ਇੱਕ ਪਾਰਟੀ ਦਾ ਨਹੀਂ ਸੀ, ਸਿੱਧੂ ਸਮੁੱਚੇ ਪੰਜਾਬ ਦਾ ਸੀ, ਪੰਜਾਬੀਆਂ ਦਾ ਸੀ। ਸਿੱਧੂ ਨੇ ਜਿਹੜੀ ਹੈਗੀ ਹੈ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਂ ਸੀਗਾ, ਜਿਹੜਾ ਕੋਈ ਪੰਜਾਬੀ ਵੀ ਨਹੀਂ ਜਾਣਦਾ ਸੀ ਉਹਦੇ ਮਿਊਜ਼ਿਕ ਤੇ ਉਹ ਵੀ ਨੱਚਦਾ ਸੀ, ਉਹਨੂੰ ਉਹ ਵੀ ਸੁਣਦਾ ਸੀਗਾ। ਪਰ ਮੈਂ ਕਹਿੰਦਾ ਕਿ ਸਾਡੇ ਤੇ ਬਲੇਮ ਕਰਨ ਦੀ ਬਜਾਏ ਜਿਨ੍ਹਾਂ ਨੇ ਇਸ ਨੂੰ ਟੋਟਲੀ ਪੋਲੀਟੀਕਲ ਬਣਾਤਾ ਕਿ ਸਿੱਧੂ ਸਿਰਫ ਸਾਡਾ ਹੀ ਸੀਗਾ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਸਿੱਧੂ ਨੇ ਚੋਣ ਲੜਨੀ ਸੀਗੀ, ਜਿਹੜੇ ਅੱਜ ਮੈਮੋਰੈਂਡਮ ਦਿੰਦੇ ਫਿਰਦੇ ਆ ਵਾਲੀਆ ਸਾਹਿਬ, ਉਹ ਪਾਰਟੀਆਂ ਤਾਂ ਇਹਨੂੰ ਆਪ ਗੈਂਗਸਟਰ ਕਹਿੰਦੀਆਂ ਸੀ। ਉਹਨਾਂ ਦੇ ਪ੍ਰਧਾਨ ਦੀ ਸਟੇਟਮੈਂਟ ਦੇਖ ਲਓ, ਜਿਹੜੇ ਅੱਜ ਮੈਮੋਰੈਂਡਮ ਦੇ ਕੇ ਆਇਆ ਅਕਾਲੀ ਦਲ, ਉਹਨਾਂ ਦੇ ਪ੍ਰਧਾਨ ਦੀ ਪੁਰਾਣੀ ਸਟੇਟਮੈਂਟ ਦੇਖ ਲਓ। ਜਿਹੜੇ BJP ਵਾਲੇ ਅੱਜ ਮੈਮੋਰੈਂਡਮ ਦੇ ਕੇ ਆਏ ਆਗੇ ਕਿ ਬਹੁਤ ਮਾੜਾ ਹੋਇਆ, ਜਦੋਂ ਸਿੱਧੂ ਜਿਉਂਦਾ ਸੀਗਾ ਤੇ ਸਿੱਧੂ ਨੂੰ ਤਾਂ ਖਾਲਸਤਾਨੀ ਦੱਸਦੇ ਸੀ, ਸਿੱਧੂ ਦਾ ਨਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਜੋੜਦੇ ਸੀ। ਉਹਨਾਂ ਦੀਆਂ ਸਟੇਟਮੈਂਟ ਵੇਖ ਲਓ। ਹਾਂ ਠੀਕ ਆ, ਇਹ ਇਨਸੀਡੈਂਟ ਵਾਪਰ ਗਿਆ, ਪਰ ਇਹਦੇ ਉੱਤੇ ਜਿਹੜੀ ਰਾਜਨੀਤੀ ਕਰਦੇ ਹੋ, ਜਦੋਂ ਸਿੱਧੂ ਜਿਉਂਦਾ ਸੀ ਉਸ ਵੇਲੇ ਤੁਸੀਂ ਉਹਦੇ ਨਾਲ ਕੀ ਕੀਤੀ। ਜਿਹੜੇ ਕੇਸ ਰਜਿਸਟਰਡ ਹੋਏ ਸੀ ਸਿੱਧੂ ਦੇ ਉੱਤੇ, ਜਦੋਂ ਸਿੱਧੂ ਨੂੰ ਪ੍ਰੈਸ਼ਰ ਪਾ ਕੇ ਮੈਂ ਕਹਿੰਦਾ ਕਿ ਜੇ ਇਲੈਕਸ਼ਨ ਵਾਲੇ ਪਾਸੇ ਲਿਆਂਦਾ ਗਿਆ,
ਉਹਦੇ ਜ਼ਿੰਮੇਵਾਰ ਕੌਣ ਲੋਕ ਨੇ? ਇਹ ਗੱਲਾਂ ਦੀ ਵੀ ਤਹਿਕੀਕਾਤ ਹੋਣੀ ਚਾਹੀਦੀ ਆ। ਸਿੱਧੂ ਦਾ ਤਾਂ ਇੰਟਰਸਟ ਹੀ ਨਹੀਂ ਸੀ। ਸਿੱਧੂ ਨੇ ਵਾਲੀਆ ਸਾਹਿਬ ਕਦੇ ਪੋਲਿਟਿਕਸ ਦੇ ਵਿੱਚ ਸਿੱਧੂ ਦਾ ਇੰਟਰਸਟ ਨਹੀਂ ਸੀਗਾ। ਸਿੱਧੂ ਤਾਂ ਇੱਕ ਐਮਐਲਏ ਤੋਂ ਕਿਤੇ ਵੱਡਾ ਸੀਗਾ, ਉਹਦੇ ਕੋਲ ਤਾਂ ਸੀਐਮ ਮਿਲਣ ਆਉਂਦੇ ਸੀ, ਹੁਣ ਤਾਂ ਆਲ ਵਰਲਡ ਜਾਣਦਾ ਸੀਗਾ। ਪਰ ਕਿੰਨਾ ਹਾਲਾਤਾਂ ਨਾਲ ਮਜਬੂਰ ਕਰਕੇ ਉਹਨੂੰ ਪੋਲਿਟਿਕਸ 'ਚ ਲਿਆਂਦਾ ਗਿਆ। ਪਹਿਲਾਂ ਕੇਸ ਰਜਿਸਟਰਡ ਕਰੇ ਗਏ, ਫਿਰ ਉਹਨੂੰ ਕਿਹਾ ਵੀ ਤੇਰੇ ਕੇਸ ਵਿਡਰਾ ਕਰ ਲਾਂਗੇ, ਤੂੰ ਸਾਡੇ ਲਈ ਪ੍ਰਚਾਰ ਕਰ, ਸਾਡੇ ਲਈ ਆ। ਮੈਂ ਤਾਂ ਉਹਦਾ ਦੋਸਤ ਆ, ਮੈਨੂੰ ਤਾਂ ਉਹ ਦੱਸਦਾ ਰਹਿੰਦਾ ਸੀ ਢਿੱਡ ਦੀਆਂ ਵੀ ਮੇਰੇ ਨਾਲ ਹੁੰਦਾ ਕੀ ਆ। ਅੱਜ ਉਹ ਉਹਨਾਂ ਦੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸ ਮਜਬੂਰੀ ਵਸ਼ ਉਹਨੇ ਇਲੈਕਸ਼ਨ ਲੜੇ ਸੀਗੇ ਸਾਰੇ, ਮਤਲਬ ਕਿ ਤੁਸੀਂ ਉਹਦੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਮੂਸੇਵਾਲੇ ਨਾਲ? ਬਿਲਕੁਲ, ਉਹਦੇ ਫਾਦਰ ਸਾਹਿਬ ਨੂੰ ਵੀ ਪਤਾ ਗਾ ਮਜਬੂਰੀ ਕੀ ਸੀ ਕਿ ਉਸ ਨੂੰ ਥ੍ਰੈਟ ਵੀ ਸੀਗਾ ਆਪਣਾ ਵਾਲੀਆ ਸਾਹਿਬ। ਉਸ ਦੇ ਉੱਤੇ ਕੇਸ ਵੀ ਰਜਿਸਟਰਡ ਕੀਤੇ ਸੀ ਪਿਛਲੀਆਂ ਸਰਕਾਰਾਂ ਨੇ ਵੀ ਕੇਸ ਵੀ ਫਿਰ ਵਾਪਸ ਲਾਵਾਂਗੇ, ਤੈਨੂੰ ਸਿਕਿਉਰਿਟੀ ਵੀ ਦੇਵਾਂਗੇ। ਮੈਨੂੰ ਬਿਲਕੁਲ ਇਹ ਗੱਲਾਂ ਸੱਚ ਨੇ, ਇਲਾਕੇ ਦੇ ਲੋਕ ਜਾਣਦੇ ਨੇ। ਸਿੱਧੂ ਦੇਖੋ ਇੱਕ ਐਡਾ ਵੱਡਾ ਜਿਹਦਾ ਪੀਕ ਟਾਈਮ ਹੋਵੇ, ਟੌਪ ਤੇ ਹੋਵੇ, ਤਾਂ ਉਹ ਆ ਕੇ ਐਮਐਲਏ ਦੀ ਚੋਣ ਲੜੂ। ਐਮਐਲਏ ਤਾਂ ਉਹਦੇ ਕੋਲ ਕਿੰਨੇ ਆਉਂਦੇ ਸੀਗੇ, ਸੀਐਮ ਆਉਂਦੇ ਸੀ ਉਹਦੇ ਕੋਲ ਤਾਂ ਪਿੱਛੇ ਪਿੱਛੇ। ਇਹ ਗੱਲਾਂ ਦੀ ਵੀ ਇੱਕ ਮੈਂ ਕਹਿੰਦਾ ਇਹਦੀ ਇਨਕੁਆਇਰੀ ਕਰਾ ਲਓ ਵੀ ਸਿੱਧੂ ਨੂੰ ਕਿੰਨਾ ਹਾਲਾਤਾਂ 'ਚ ਵਿਚਾਰ ਚੋਣ ਲੜਨੀ ਪਈ। ਅੱਜ ਸਿੱਧੂ ਕਰਵਾਣੀ ਹੈ ਇਨਕੁਆਇਰੀ ਤੁਸੀਂ। ਮੈਂ ਇਹੀ ਕਹਿੰਦਾ ਨਾ ਕਿ ਮੈਂ ਜਿਹੜੇ ਅੱਜ ਆਇਆ, ਮੈਂ ਵਾਲੀਆ ਸਾਹਿਬ ਜਿਹੜੇ ਅੱਜ ਆਏ ਆ, ਮੈਂ ਦੱਸਣਾ ਚਾਹਣਾ ਕਿ ਸਿੱਧੂ ਤੇ ਕੇਸ ਰਜਿਸਟਰਡ ਕਿਹਦੇ ਟਾਈਮ ਹੋਏ? ਤੁਹਾਡੀਆਂ ਸਰਕਾਰਾਂ ਵੇਲੇ ਹੋਏ। ਕਿਵੇਂ ਉਹਨੂੰ ਤੁਸੀਂ ਕਿਹਾ ਸੀਗਾ ਕਿ ਇੱਧਰ ਆ ਜਾ, ਸਾਡੇ ਲਈ ਪ੍ਰਚਾਰ ਕਰ ਲਾ, ਕੇਸ ਵਿਡਰਾ ਕਰ ਲਾਂਗੇ, ਆ ਕੇਸ ਵਿਡਰਾ ਕਰ ਲਾਂਗੇ। ਕਿਵੇਂ ਉਹ ਤਿਜੋਰੀ ਸੀ ਉਹਨੂੰ? ਮੈਂ ਗੱਲਾਂ ਇਹ ਬੜੀਆਂ ਨੇ, ਗੱਲ ਦੂਰ ਤੱਕ ਜਾਊਗੀ। ਮੈਂ ਅੱਜ ਚਾਹੁੰਦਾ ਨਹੀਂ ਕਿ ਸਿੱਧੂ ਦੇ ਜਾਣ ਤੋਂ ਬਾਅਦ ਮੈਂ ਉਹ ਗੱਲਾਂ ਕਰਾਂ, ਪਰ ਸਿੱਧੂ ਦੇ ਪਿਤਾ ਨੂੰ, ਸਿੱਧੂ ਦੀ ਮਾਤਾ ਨੂੰ ਸਾਰੀਆਂ ਗੱਲਾਂ ਪਤਾ ਨੇ। ਤੁਹਾਡੀ ਗੱਲ ਸਹੀ ਹੈ, ਪਰ ਹੁਣ ਵਕਤ ਦੇ ਅੱਗੇ ਇਨਸਾਨ ਬੇਬਸ ਹੋ ਜਾਂਦਾ ਪਰਮਾਤਮਾ ਦੇ ਅੱਗੇ। ਪਰ ਇਹ ਚੀਜ਼ਾਂ ਨਿਸ਼ਚਿਤ ਤੌਰ ਤੇ ਮਤਲਬ ਕਿ ਵੱਡੀਆਂ ਨੇ ਤੇ ਬਹੁਤ ਗੁੰਝਲਦਾਰ ਨੇ। ਮਤਲਬ ਕਿ ਸਿੱਧੂ ਵਾਲੀਆ ਸਾਹਿਬ ਸਿੱਧੂ ਦੇ ਪਿਤਾ, ਵਾਲੀਆ ਸਾਹਿਬ ਸਿੱਧੂ ਦੇ ਪਿਤਾ ਜੀ ਇਹ ਵੀ ਕਹਿੰਦੇ ਸੀਗੇ ਕਿ ਸਾਡਾ ਆਮ ਘਰਾਂ ਦਾ ਪੁੱਤ ਅੱਜ ਫੇਮਸ ਹੋ ਗਿਆ, ਸਾਡੇ ਲਈ ਇਹੀ ਗੁਨਾਹ ਹੋ ਗਿਆ। ਸਾਡੇ ਕੋਲੇ ਅੱਜ 4 ਪੈਸੇ ਆ ਗਏ, ਸਾਡੇ ਪੁੱਤ ਨੇ ਕਮਾਏ ਆ। ਕੀ ਉਹ ਅਸੀਂ ਲੋਕਾਂ ਨੂੰ ਲੁਟਾਉਣ ਵਾਸਤੇ ਕਮਾਏ ਆ? ਉਹ ਪੋਲੀਟੀਕਲ ਲੋਕਾਂ ਨੂੰ ਕਮਾਉਣ ਵਾਸਤੇ ਦਿੱਤੇ ਆ? ਕੀ ਉਹ ਪੁਲਿਸ ਨੂੰ ਦੇਣ ਵਾਸਤੇ ਦਿੱਤੇ ਆ? ਤੁਸੀਂ ਸਾਰੀਆਂ ਕੜੀਆਂ ਅੱਜ ਜੋ ਹੋ ਗਿਆ, ਅੱਜ ਤਾਂ ਮਗਰਮੱਛ ਦੇ ਅਥਰੂ ਸਾਰੇ ਬਹਾ ਰਹੇ ਨੇ। ਜਿਹੜਾ ਟੌਰਚਰ ਉਹਨੇ ਝੱਲਿਆਗਾ, ਜਿਹੜਾ ਟੌਰਚਰ ਉਹਨੂੰ ਕੀਤਾ ਜਾਂਦਾ ਸੀ, ਉਹਦੇ ਮਾਂ ਜਾਣਦੀ ਆ, ਬਾਪ ਜਾਣਦਾ, ਜਾਂ ਉਹਦੇ ਨੇੜੇ ਦੇ ਦੋਸਤ ਜਾਣਦੇ ਆ ਕਿ ਕਿੰਨਾ ਹਾਲਾਤਾਂ ਦੇ ਵਿੱਚੋਂ ਸਿੱਧੂ ਗੁਜ਼ਰ ਰਿਹਾ ਸੀ। ਕਿਹਨੇ ਉਹਨੂੰ ਟੌਰਚਰ ਕੀਤਾ, ਕਿਹਨੇ ਉਹਦੇ ਪੈਸੇ ਉਹਦੇ ਖੋਹਣ ਦੀ ਕੋਸ਼ਿਸ਼ ਕੀਤੀ, ਕਿਵੇਂ ਮੰਗੇ ਨੇ। ਸਾਰੀਆਂ ਗੱਲਾਂ ਉਹਦੇ ਪੇਰੈਂਟਸ ਜਾਣਦੇ ਨੇ। ਜੇ ਅੱਜ ਸਿੱਧੂ ਜਿਉਂਦਾ ਹੁੰਦਾ, ਜਿਹੜੇ ਅੱਜ ਕੰਧਾ ਦੇਣ ਗਏ ਸੀ, ਸਿੱਧੂ ਤਾਂ ਉਹਨਾਂ ਨੂੰ ਵੜਨ ਵੀ ਨਹੀਂ ਦਿੰਦਾ ਸੀ। ਜਦੋਂ ਸਿੱਧੂ ਨੂੰ ਟਿਕਟ ਦਿੱਤੀ ਸੀ ਇੱਥੇ ਮਾਨਸਾ ਤੋਂ, ਜਿਹੜੇ ਅੱਜ ਬਾਹਲਾ ਰੋਂਦੇ ਸੀ, ਅੱਗੇ ਹੋ ਕੇ ਆਉਂਦੇ ਸੀਗੇ, ਤਾਂ ਉਹ ਸਿੱਧੂ ਨੂੰ ਕਿੰਨੀਆਂ ਗਾਲਾਂ ਕੱਢਦੇ ਸੀ ਕਿ ਸਾਡੇ ਉੱਤੋਂ ਦੀ ਆ ਗਿਆ, ਸਿੱਧੂ ਕੌਣ ਆ, ਸਾਡਾ ਹੱਕ ਮਾਰਤਾ। ਉਹ ਸਾਰੀਆਂ ਗੱਲਾਂ ਹੁਣ ਵਾਕਿਆ ਹੀ ਆ ਠੀਕ ਹੈਗਾ ਕਿ ਇੱਕ ਉਹਨੂੰ ਪੋਲੀਟੀਕਲ ਸਟੰਟ ਬਣਾ ਕੇ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਮੈਂ ਅੱਜ ਵੀ ਕਹਿੰਦਾ ਕਿ ਜੇ ਸਿੱਧੂ ਜਿਉਂਦਾ ਹੁੰਦਾ, ਸਿੱਧੂ ਕਾਂਗਰਸ ਦੇ ਵਿੱਚ ਨਹੀਂ ਰਹਿੰਦਾ ਸੀਗਾ। ਕਿ ਜਿੰਨਾ ਸਿੱਧੂ ਦਾ ਫਰੈਂਡ ਸਰਕਲ ਆਗਾ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਹਦੇ ਖਾਸ ਫਰੈਂਡ ਆ, ਉਹਨਾਂ ਨੂੰ ਤੁਸੀਂ ਕੱਲੇ ਨੂੰ ਪੁੱਛ ਲਓ ਵੀ ਸਿੱਧੂ ਦੇ ਹਾਲਾਤ ਕੀ ਸੀ ਤੇ ਸਿੱਧੂ ਨੂੰ ਕਿਹਨਾਂ ਨੇ ਟੌਰਚਰ ਕੀਤਾ, ਸਿੱਧੂ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਿਆ, ਕਿਹੜੇ ਹਾਲਾਤਾਂ 'ਚ ਉਹਨੂੰ ਪੋਲੀਟਿਕਸ ਜੁਆਇਨ ਕਰਨੀ ਪਈ। ਉਹ ਬੜਾ ਬਾਖੂਬੀ ਬਿਆਨ ਕਰ ਦੇਣਗੇ। ਉਹਦੇ ਮਾਤਾ ਪਿਤਾ ਨੂੰ ਤਾਂ ਅੱਜ ਤੁਹਾਨੂੰ ਪਤਾ ਬਹੁਤ ਵੱਡਾ ਸਦਮਾ ਗਾ, ਪਤਾ ਉਹਦੇ ਮਾਤਾ ਪਿਤਾ ਨੂੰ ਤੇ ਨੇੜਲੇ ਰਿਸ਼ਤੇਦਾਰਾਂ ਨੂੰ ਵੀ ਇਹ ਸਾਰਿਆਂ ਸਦਮਾ ਬਹੁਤ ਵੱਡਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।